श्री वाहिगुरु साहिब जीओ। पैरो महला पंजवा। करण कारण समरथ गुर मेरा। जी प्राण सुख दाता नेरा। करण कारण समरथ गुर मेरा। वाहिगुरु जी का खालसा वाहिगुरु जी की फतेह। ਕੋਟ ਬ੍ਰਹਿਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਗੁਰੂ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੈਰੋਂ ਮਹੱਲਾ ਪੰਜਵਾ। ਭੈਰੋਂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਵਿੱਤਰ ਪਾਵਨ ਫੁਰਮਾਨ ਕਰਦੇ ਹਨ। ਕਾਰਨ ਕਾਰਨ ਸਮਰੱਥ ਗੁਰ ਮੇਰਾ। ਇਹ ਭਾਈ ਮੇਰਾ ਗੁਰੂ ਸਾਰੇ ਕਾਰਜਾਂ ਦੇ ਕਰਨ ਵਾਲਾ ਅਤੇ ਕਾਰਨ ਰੂਪ ਹੈ ਅਤੇ ਸਰਬ ਸ਼ਕਤੀਮਾਨ ਹੈ ਜਾਂ ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ। ਜੀ ਪ੍ਰਾਨ ਸੁਖ ਦਾਤਾ ਨੇਰਾ। ਜੀਵ ਅਤੇ ਸਵਾਸਾਂ ਨੂੰ ਸੁਖ ਦੇਣ ਵਾਲਾ ਅਤੇ ਨੇਰਾ ਨਜ਼ਦੀਕ ਹੈ। ਅਸੀਂ ਇਹ ਨੇਰਾ ਨਿਰਣਾ ਕੀਤਾ ਹੈ ਕਿ ਮੇਰਾ ਗੁਰੂ ਹੀ ਸਭ ਦੇ ਪ੍ਰਾਣਾਂ ਦਾ ਆਸਰਾ ਰੂਪ ਅਤੇ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕਿ ਸਰਣੀ ਬਾਈਐ ਸਾਰੇ ਸੁਖਾਂ ਦਾ ਦਾਤਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧਿਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਹੈ। ਮੇਰੇ ਮਨ ਕਰਨ ਕਰਾਮਨ ਕਰਨੈ ਹਾਰ। ਸਾਰੇ ਕਾਰਜਾਂ ਨੂੰ ਕਰਨ ਵਾਲਾ ਹੈ। ਸਰਬ ਸ਼ਕਤੀਮਾਨ ਇੰਨੀ ਸ਼ਕਤੀ ਹੈ ਉਹਦੇ ਵਿੱਚ। ਬੰਦਾ ਤਾਂ ਅਕਸਰ ਬੰਦਾ ਬਲ ਵਾਲਾ ਹੈ। ਛੋਟੀ ਜਿਹੀ ਕੀੜੀ ਨਿੱਕੀ ਕੀਰੀ ਮਹਿ ਕਲ ਰੱਖੈ। ਆਪਦੀ ਸ਼ਕਤੀ ਛੋਟੀ ਜਿਹੀ ਕੀੜੀ ਵਿੱਚ ਉਹ ਰੱਖ ਦੇਵੇ ਤਾਂ ਭਸਮ ਕਰੈ ਲਸ਼ਕਰ ਕੋਟ ਲੱਖ ਹੈ। ਲੱਖਾਂ ਦੇ ਕਰੋੜਾਂ ਲਾਮ ਲਸ਼ਕਰ ਛੋਟੀ ਜਿਹੀ ਕੀੜੀ ਸਾੜ ਕੇ ਸਵਾਹ ਕਰ ਦੇਵੇਗੀ। ਕਹਿੰਦੇ ਹਾਥੀ ਦੀ ਸੁੰਡ ਤੇ ਲੜ ਜਾਏ ਤੇ ਹਾਥੀ ਨੂੰ ਵਕਤ ਪਾ ਦਿੰਦੀ ਹੈ। ਕਿੰਨੇ ਜ਼ਹਿਰੀਲੇ ਸੱਪ ਹੁੰਦੇ ਨੇ। ਲੋਕ ਕਿਤੇ ਮਰ ਜਾਣ ਉਹਨਾਂ ਨੂੰ ਮਿੱਟੀ 'ਚ ਦੱਬ ਦੇ ਵੀ ਕਿਤੇ ਕੀੜੀਆਂ ਨਾ ਲੱਗ ਜਾਣ। ਮਤਲਬ ਇਹੋ ਜਿਹੀ ਇਹ ਕੀੜੀ ਹੈ ਤੇ ਛੋਟੀ ਜਿਹੀ ਪਰ ਛੱਡਦੀ ਨਹੀਂ ਹੈ ਜਿਹਨੂੰ ਲੱਗ ਜਾਏ। ਇਹ ਪ੍ਰਭੂ ਦੀ ਸ਼ਕਤੀ ਹੋਈ ਤਾਂ ਹੈ। ਫੂਕ ਮਾਰੋ ਤੇ ਕਿੱਡੀ ਦੂਰ ਜਾਊਗੀ ਉੱਡ ਕੇ। ਤੇ ਮਣਾ ਮੂੰਹੀ ਭਾਰ ਧੋਈ ਫਿਰਦੀ ਹੈ। ਇਸ ਤਰ੍ਹਾਂ ਉਹ ਪਰਮਾਤਮਾ ਦੀ ਕੁਦਰਤ ਹੈ। ਜੋ ਮਰਜ਼ੀ ਉਹ ਕਰ ਸਕਦਾ ਹੈ। ਸਾਡੇ ਜੀ ਤੇ ਪ੍ਰਾਣਾਂ ਨੂੰ ਸੁੱਖ ਦੇਣ ਵਾਲਾ
ਵੀ ਉਹੀ ਪ੍ਰਮਾਤਮਾ ਦੇ ਇੰਨਾ ਨਜ਼ਦੀਕ ਹੈ ਕਿ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ, ਹਾਜ਼ਰ ਹੈ, ਨੇੜੇ ਤੋਂ ਨੇੜੇ ਪ੍ਰਗਟ ਹੈ। ਭੈ ਭੰਜਨ ਅਬਨਾਸੀ ਰਾਏ। ਗੁਰੂ ਜੀ ਡਰ ਦੇ ਨਾਸ਼ ਕਰਨ ਵਾਲੇ, ਨਾਸ਼ ਤੋਂ ਰਹਿਤ ਪ੍ਰਕਾਸ਼ ਰੂਪ ਪ੍ਰਭੂ ਦਾ ਰੂਪ ਹਨ। ਪ੍ਰਭ ਕੀ ਸਰਣ ਸਗਲ ਭੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਦਇਆਲ ਹੁਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਦਰਸ਼ਨ ਦੇਖਿਆ ਸਭ ਦੁਖ ਜਾਏ। ਦਰਸ਼ਨ ਦੇਖ ਦੋਖ ਨਸੇ। ਮਹਾਰਾਜ ਦੇ ਦਰਸ਼ਨ ਦੇਖ ਕੇ ਸਾਰੇ ਦੁੱਖ ਦਲਿੱਦਰ ਚਲੇ ਜਾਂਦੇ ਨੇ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਦ ਸ੍ਰੀ ਖਡੂਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਭਜਨ ਨਿਤਨੇਮ ਤੋਂ ਵਿਹਲੇ ਹੋ ਕੇ ਦਰਵਾਜ਼ਾ ਖੋਲ੍ਹਿਆ ਕਰਦੇ, ਕੋੜੀ ਰੋਗੀ ਉਹਨਾਂ ਦੇ ਦਰਵਾਜ਼ੇ ਅੱਗੇ ਲਾਈਨ ਲਾ ਕੇ ਬੈਠੇ ਹੁੰਦੇ। ਜਿਹਦੇ ਤੇ ਵੀ ਗੁਰੂ ਸਾਹਿਬ ਦੀ ਅੰਮ੍ਰਿਤ ਵੇਲੇ ਦੀ ਦ੍ਰਿਸ਼ਟੀ ਪੈ ਜਾਂਦੀ, ਉਹਨਾਂ ਦੇ ਰੋਗ ਚੁੱਕੇ ਜਾਂਦੇ ਔਰ ਉਹ ਤੰਦਰੁਸਤ ਹੋ ਜਾਂਦੇ। ਕਈ ਅਨਭੋਲ ਹੀ ਇਹ ਪ੍ਰਚਾਰਕ ਗੱਲ ਕਰ ਦਿੰਦੇ ਨੇ ਕਿ ਗੁਰਦੁਆਰੇ ਆਉਣ ਦਾ ਕੀ ਫਾਇਦਾ ਜੀ ਆਹ ਨਹੀਂ ਕੀਤਾ, ਗੁਰੂ ਘਰ ਆਉਣ ਦਾ ਕੀ ਲਾਭ ਜੀ ਉਹ ਨਹੀਂ ਕੀਤਾ। ਮਤਲਬ ਕਹਿਣ ਦਾ ਵੀ ਇੱਥੇ ਆਉਣ ਦਾ ਲਾਭ ਹੀ ਲਾਭ ਹੈ, ਇਹ ਉਹਨਾਂ ਨੂੰ ਤਜਰਬਾ ਨਹੀਂ, ਉਹਨਾਂ ਨੂੰ ਪਤਾ ਨਹੀਂ ਹੈ। ਕਮਾਈ ਭਾਵੇਂ ਕਰੋ ਜਾਂ ਨਾ ਕਰੋ, ਦਰਸ਼ਨ ਕਰਨ ਦੇ ਨਾਲ ਹੀ ਭੱਟਾਂ ਦੀ ਇੰਨੀ ਸ਼ਰਧਾ ਹੈ। ਅਮੈ ਦ੍ਰਿਸ਼ਟ ਸੁਭ ਕਰੈ, ਗੁਰੂ ਜੀ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੈ ਜੋ ਮਾੜਿਆਂ ਤੋਂ ਚੰਗੇ ਬਣਾਉਂਦਾ ਹੈ। ਹਰੈ ਅਗ ਪਾਪ ਸਕਲ ਮਲ, ਸਾਰੇ ਪਾਪਾਂ ਦੀ ਮੈਲ ਨੂੰ ਨਾਸ਼ ਕਰ ਦਿੰਦਾ ਹੈ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭ ਹੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਾਮ ਨਿਦ ਦਰਿਆਉ, ਜਨਮ ਹਮ ਕਾਲਖਤ ਹੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਕਰੀਦੇ ਨੇ ਅੱਖਾਂ ਦੇ ਨਾਲ, ਤੇ ਜਦੋਂ ਹੱਥ ਥੱਲੇ ਲਾ ਕੇ ਮੱਥਾ ਟੇਕੀਦਾ ਸਮਝ ਲਓ ਗੁਰੂ ਜੀ ਦੇ ਚਰਨ ਪਰਸ ਰਹੇ ਹਾਂ। ਸਭ ਤੋਂ ਵੱਡਾ ਦੁੱਖ, ਇੱਕ ਦੁੱਖ ਰਾਮ ਰਾਏ ਕਾਟੋ ਹਮੇਰਾ, ਅਗਨ ਦਾ ਹੈ ਅਰ ਗਰਭ ਬਸੇਰਾ। ਜੰਮਣ ਮਰਨ ਦਾ ਦੁੱਖ ਵੀ ਮਹਾਰਾਜ ਦੇ ਦਰਸ਼ਨਾਂ ਤੋਂ ਕੱਟਿਆ ਜਾਂਦਾ। ਤੁਸੀਂ ਕਿੱਥੇ ਤੁਰੇ ਫਿਰਦੇ ਹੋ? ਸ਼ਰਧਾ ਹੋਣੀ ਚਾਹੀਦੀ ਹੈ। ਕਮਾਈ ਵਾਲਿਆਂ ਨੂੰ ਤਾਂ ਕਿੰਨੀਆਂ ਬਰਕਤਾਂ ਮਿਲਦੀਆਂ, ਉਹ ਤਾਂ ਰੱਬ ਹੀ ਜਾਣਦਾ ਹੈ। ਦਰਸ਼ਨ ਦੇਖ ਕੇ ਕੋਈ ਦੁੱਖ ਨਹੀਂ ਰਹਿੰਦਾ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਇਹਦੀ ਅਰਥ ਤੁਸੀਂ ਦੱਸਿਓ ਕੀ ਮਤਲਬ ਹੈ? ਉਹਦਾ ਮਤਲਬ ਕੋਈ ਕਮਾਈ ਦਾ ਛੱਜੂ ਝੀਵਰ ਨੇ ਕੋਈ ਕਮਾਈ ਥੋੜ੍ਹੋ ਕੀਤੀ ਸੀਗੀ। ਉਹਨੂੰ ਵਿਚਾਰੇ ਨੂੰ ਤਾਂ ਊੜਾ ਨਹੀਂ ਸੀ ਆਉਂਦਾ, ਉਹ ਕਿੱਥੇ ਜਪਜੀ ਸਾਹਿਬ ਪੜੂਗਾ? ਗੁਰਦੁਆਰੇ ਦਾ ਤਾਂ ਉਹਨੂੰ ਪਤਾ ਹੀ ਨਹੀਂ ਸੀਗਾ ਵੀ ਹੈ ਕਿੱਥੇ। ਸਿਰਫ ਆਪਦੇ ਢਿੱਡ ਨਾਲ ਮਤਲਬ ਸੀਗਾ, ਲੋਕਾਂ ਦੇ ਘੜੇ ਪਾਣੀ ਨਾਲ ਭਰ ਕੇ ਰੋਟੀ ਖਾ ਲੈਣੀ। ਚੱਲ ਮੇਰੇ ਭਾਈ, ਉਹ ਮਹਾਰਾਜ ਦੇ ਦਰਸ਼ਨ ਕਰਕੇ ਹੀ ਤਾਂ ਤੰਦਰੁਸਤ ਹੋਇਆ। ਵੇਖੋ ਗੂੰਗਾ ਤੇ ਬੋਲਾ ਸੀਗਾ, ਉਹਨੂੰ ਮਹਾਰਾਜ ਨੇ ਬ੍ਰਹਮ ਗਿਆਨੀ ਬਣਾਤਾ। ਤੁਸੀਂ ਦੱਸੋ ਜੇ ਗੱਲ ਝੂਠ ਹੈ ਤਾਂ? ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਇੰਨੀ ਕਿਰਪਾ ਹੈ, ਅੱਜ ਵੀ ਪੰਜੋਖਰਾ ਸਾਹਿਬ ਇਸੇ ਤਰ੍ਹਾਂ ਹੀ ਵਰਤਦੀ ਹੈ। ਉੱਥੇ ਅੱਜ ਵੀ ਗੂੰਗੇ ਬੋਲਦੇ ਨੇ। ਅੜਿਲ ਸੁਨੇ ਗੁੰਗ ਜੋ ਯਾਹੇ, ਸੋ ਰਸਨਾ ਬਾਵਈ। ਸੁਨੇ ਮੂੜ ਚਿਤ ਲਾਏ, ਚਤੁਰਤਾ ਆਵਈ। ਗੂੰਗੇ ਜਿਹੜੇ ਨੇ ਬੋਲਣ ਲੱਗ ਪੈਂਦੇ ਨੇ, ਮੂਰਖਾਂ ਨੂੰ ਸਿਆਣਪ ਆ ਜਾਂਦੀ ਹੈ। ਜਿਹੜੀ ਸਾਡੀ ਪੜ੍ਹਾਈ ਹੈ ਇਹ ਪੜ੍ਹਨ ਨਾਲ ਨਹੀਂ ਆਉਂਦੀ, ਪੜ੍ਹਨਾ ਤਾਂ ਪੈਂਦਾ ਹੈ ਤੇ ਪਰ ਇਹ ਕਿਰਪਾ ਹੀ ਹੈ। ਸੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਹਦੇ ਤੇ ਕਰ ਦੇਣ, ਉਹਨੂੰ ਆਪ ਦੀ ਸੇਵਾ ਦੇ ਵਿੱਚ ਲਾਉਂਦੇ ਹਨ। ਮਹਾਰਾਜ ਫਰਮਾਉਂਦੇ, ਦਰਸ਼ਨ ਦੇਖਣ ਦੇ ਨਾਲ ਹੀ ਸਾਰੇ ਦੁੱਖ ਦਲਿੱਦਰ, ਜੰਮਣ ਮਰਨ ਦੇ, ਅਗਿਆਨ ਆਦਿਕ ਦੇ ਚਲੇ ਜਾਂਦੇ ਨੇ। ਇਸ ਲਈ ਬੇਨਤੀ ਹੈ ਵੀ ਗੁਰਦੁਆਰੇ ਜ਼ਰੂਰ ਆਇਆ ਕਰੋ, ਔਰ ਆਪਦੇ ਬੱਚਿਆਂ ਨੂੰ ਵੀ ਨਾਲ ਲਿਆਇਆ ਕਰੋ। ਬੱਚਿਆਂ ਦੀ ਹੈਬਿਟ, ਆਦਤ ਕਿਵੇਂ ਬਣੇਗੀ? ਸੋ ਜਿਹੜਾ ਅੰਮ੍ਰਿਤ ਵੇਲੇ ਉੱਠਣਾ ਹੀ ਸ਼ੁਰੂ ਹੋ ਗਿਆ, ਇੰਨਾ ਹੀ ਬਹੁਤ ਹੈ। ਕੁਛ ਨਾ ਕੁਛ ਤਾਂ ਬੰਦਾ ਕਰੂਗਾ ਹੀ। ਗੁਰੂ ਘਰ ਆ ਕੇ ਕੋਈ ਨਾ ਕੋਈ ਚੰਗੀ ਗੱਲ ਪਏਗੀ, ਕੋਈ ਚੰਗੇ ਮੱਥੇ ਲੱਗਣਗੇ।
ਸਤਿਗੁਰੂ ਦੀ ਕਿਰਪਾ ਹੋਏਗੀ। ਇਸ ਲਈ ਦਰਸ਼ਨ ਜ਼ਰੂਰੀ ਹਨ। ਜਾਤ ਗਤ ਪੇਖੋ ਤੇਰੀ ਸਰਣਾ। ਇਹ ਗੁਰੂ ਸੀ, ਅਸੀਂ ਜਿੱਥੇ ਕਿੱਥੇ ਵੀ ਦੇਖਦੇ ਹਾਂ ਉੱਥੇ ਤੁਹਾਡੀ ਓਟ ਕਰਕੇ ਹੀ ਨਿਹਾਲ ਹੁੰਦੇ ਹਾਂ। ਬਲ ਬਲ ਜਾਈ ਸਤਿਗੁਰ ਚਰਣਾ। ਇਹ ਸਤਿਗੁਰੂ ਜੀ, ਅਸੀਂ ਤੁਹਾਡੇ ਚਰਨਾਂ ਕਮਲਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਬਲ ਹਾਰ ਜਾਣਾ, ਆਪਦੇ ਬਲ ਨੂੰ, ਵਿਦਿਆ ਦਾ ਬਲ, ਸਰੀਰ ਦਾ ਬਲ, ਪੈਸੇ ਦਾ ਬਲ, ਇਹਦਾ ਮਤਲਬ ਹੈ ਬਲਿਹਾਰ ਕੁਰਬਾਨ। ਸਭ ਕੁਛ ਹੀ ਜਿਸ ਤਰ੍ਹਾਂ ਸਿਰ ਵਾਰ ਨਹੀਂ ਕਰਕੇ ਤੇ ਮੰਗਤਿਆਂ ਨੂੰ ਦੇਈਦੇ ਨੇ, ਇੰਜ ਮਹਾਰਾਜ ਤੇਰੇ ਸਿਰ ਤੋਂ ਆਪਦਾ ਸੀ ਸਰੀਰ ਵਾਰਦੇ ਆ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਪੂਰਨ ਕਾਮ ਮਿਲੇ ਗੁਰਦੇਵਾ। ਗੁਰਦੇਵ ਪੂਜਨੀ ਗੁਰਾਂ ਦੇ ਨਾਲ ਮਿਲਣ ਕਰਕੇ ਵਿਵਹਾਰਕ ਅਤੇ ਪਰਮਾਰਥ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ। ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮੈਂ ਲੱਜਾ ਰਾਖੀ ਰਾਮ। ਸਭ ਫਲ ਦਾਤਾ ਨਿਰਮਲ ਸੇਵਾ। ਧਰਮ ਅਰਥ ਕਾਮ ਮੋਖ ਰੂਪ ਸਾਰੇ ਫਲਾਂ ਦਾ ਗੁਰੂ ਦਾਨੀ ਹੈ। ਉਸ ਦੀ ਟਹਿਲ ਹਿਰਦੇ ਨੂੰ ਉਜਲ ਕਰਨ ਵਾਲੀ ਹੈ। ਚਾਰ ਪਦਾਰਥ ਜੇ ਕੋ ਮੰਗ ਸਾਧ ਜਨਾਂ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗੇ ਹਉਮੈ ਛੋਰੈ। ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਸਰਨੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸੈ ਨਾਨਕ ਤਾ ਕੈ ਬਲ ਬਲ ਜਾਸੈ। ਅੱਜ ਸੋਢੀ ਸੁਲਤਾਨ ਬਾਦਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ, ਜਿਨ੍ਹਾਂ ਦੀ ਹਜ਼ੂਰੀ ਵਿੱਚ 60 ਸਾਲ ਦਾ ਬਜ਼ੁਰਗ ਬਾਬਾ ਭਾਈ ਆਦਮ ਪਚੋਕੇ ਨਗਰ ਦਾ ਰਹਿਣ ਵਾਲਾ ਹਾਜ਼ਰ ਹੋਇਆ। ਮੰਗਿਆ ਕੁਛ ਨਹੀਂ, 6 ਮਹੀਨੇ ਲੰਗਰ ਦੀਆਂ ਲੱਕੜਾਂ ਦੀ ਸੇਵਾ ਕੀਤੀ। ਇੱਕ ਵਾਰ ਬਰਸਾਤ ਦੇ ਮੌਸਮ ਦੇ ਵਿੱਚ ਸੰਗਤਾਂ ਨੂੰ ਅੱਗ ਸਿਕਾਈ, ਸਰਦੀ ਸੀਗੀ, ਲੰਗਰ ਦੀਆਂ ਲੱਕੜਾਂ ਪੂਰੀਆਂ ਕੀਤੀਆਂ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਵਰ ਮੰਗਣ ਲਈ ਆਖਿਆ। ਸੰਕੋਚ ਕਰ ਗਿਆ। ਮਹਾਰਾਜ ਨੇ ਮੌਕਾ ਦਿੱਤਾ ਕਿ ਅਗਲੇ ਦਿਨ ਆਪਦੀ ਇਸਤਰੀ ਨੂੰ ਵੀ ਨਾਲ ਲੈ ਕੇ ਆਈ। ਉਹਨੇ ਬੇਨਤੀ ਕੀਤੀ, ਜੀ ਸਪੁੱਤਰ ਦੀ ਦਾਤ ਬਖਸ਼ੋ। ਤਾਂ ਗੁਰੂ ਸਾਹਿਬ ਕਹਿਣ ਲੱਗੇ, ਤੁਹਾਡੇ ਭਾਗਾਂ ਦੇ ਵਿੱਚ ਵਾਹਿਗੁਰੂ ਜੀ ਨੇ ਧੀ ਪੁੱਤਰ ਨਹੀਂ ਲਿਖਿਆ, ਪਰ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸੰਗਤਾਂ ਦੀ ਸੇਵਾ ਕਰਕੇ ਸਾਨੂੰ ਪ੍ਰਸੰਨ ਕਰ ਲਿਆ ਹੈ। ਸਾਡੇ ਘਰ 3 ਪੁੱਤਰ ਹੋ ਚੁੱਕੇ ਨੇ, ਚੌਥਾ ਆਉਣਾ ਸੀਗਾ। ਉਹ ਅਸੀਂ ਅਰਦਾਸ ਕਰਦੇ ਹਾਂ ਕਿ ਹੇ ਸੱਚੇ ਪਾਤਸ਼ਾਹ ਪਰਮਾਤਮਾ ਤੂੰ ਇਹਨਾਂ ਨੂੰ ਦੇ। ਅਸੀਂ ਆਪ ਦੀ ਭਗਤੀ ਦੀ ਅੰਸ਼ ਵਿੱਚੋਂ ਆਪ ਦਾ ਪੁੱਤਰ ਤੁਹਾਨੂੰ ਬਖਸ਼ਦੇ ਹਾਂ। ਔਰ ਉਹਦਾ ਨਾਮ ਰੱਖਣਾ ਭਾਈ ਭਗਤੂ, ਤੇ ਜੰਮਦਾ ਹੀ ਬ੍ਰਹਮ ਗਿਆਨੀ ਹੋਵੇਗਾ। ਤੇ ਹੁਣ ਤੁਸੀਂ ਜਾਓ, ਖੁਸ਼ੀ ਖੁਸ਼ੀ ਆਪਦੇ ਘਰ ਵਿੱਚ ਜਾ ਕੇ ਰਹੋ। ਸੱਚਮੁੱਚ ਹੀ ਬ੍ਰਹਮ ਗਿਆਨੀ ਭਾਈ ਭਗਤੂ ਜੀ ਉਹਨਾਂ ਦੇ ਘਰ ਅਵਤਾਰ ਧਾਰ ਕੇ ਆਏ। ਔਰ ਸਾਰੇ ਮਾਲਵੇ ਦੇ ਉਹ ਗੁਰੂ ਸੀਗੇ, ਸੰਗਤਾਂ ਨੂੰ ਗੁਰੂਆਂ ਦੇ ਚਰਨਾਂ ਨਾਲ ਜੋੜਦੇ ਰਹੇ। ਸ੍ਰੀ ਗੁਰੂ ਹਰਿ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਰਤਪੁਰ ਸਾਹਿਬ ਖੇਤੀਬਾੜੀ ਦਾ ਕਾਰਜ ਕਰਦੇ ਰਹੇ। ਕਾਫੀ ਚਿਰ, ਕਾਫੀ ਲੰਬਾ ਸਮਾਂ ਜਿਉਂਦੇ ਰਹੇ। ਫਿਰ ਉਹਨਾਂ ਦੇ ਸਪੁੱਤਰ ਭਾਈ ਗੌਰਾ ਤੇ ਭਾਈ ਭਗਤੂ ਵਾਹਿਗੁਰੂ ਭਾਈ ਜੀਵਨ ਜੀ ਗੁਰੂ ਘਰ ਦੇ ਸ਼ਰਧਾਲੂ ਪ੍ਰੇਮੀ ਹੋਏ। ਜੋ ਭਾਈ ਜੀਵਨ ਜੀ ਸਤਿਗੁਰੂ ਹਰਿ ਸਾਹਿਬ ਦੇ ਬਚਨ ਮੰਨ ਕੇ ਬ੍ਰਾਹਮਣ ਦਾ ਪੁੱਤਰ ਜਿਉਂਦਾ ਕਰਨ ਲਈ ਸਰੀਰ ਤਿਆਗ ਗਏ। ਤੇ ਭਾਈ ਗੌਰਾ ਜੀ ਨੇ ਗੁਰੂ ਹਰਿ ਸਾਹਿਬ ਜੀ ਨੂੰ ਪ੍ਰਸੰਨ ਕਰਨ ਲਈ ਤੁਰਕ ਫੌਜਾਂ ਦਾ ਮੁਕਾਬਲਾ ਕਰਕੇ ਸਤਿਗੁਰਾਂ ਦੇ ਮਹਿਲਾ ਮਾਤਾਵਾਂ ਨੂੰ ਛੁਡਾਇਆ, ਸੰਗਤਾਂ ਦੀ ਹਿਫਾਜ਼ਤ ਕੀਤੀ, ਜਾਨ ਤਲੀ ਤੇ ਰੱਖ ਕੇ ਤੁਰਕਾਂ ਨਾਲ ਯੁੱਧ ਕੀਤਾ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਜਿਹੜਾ ਚੌਰ ਬਰਦਾਰ ਮਾਰ ਦਿੱਤਾ ਸੀਗਾ ਤੇ 101 ਸ਼ਰਾਬ ਦਿੱਤੇ ਸੀ, ਉਹ ਮਹਾਰਾਜ ਨੇ ਇੱਕ ਇੱਕ ਕਰਕੇ ਬਖਸ਼ ਲਏ। ਇਸ ਤਰ੍ਹਾਂ ਜੋ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਉਂਦਾ ਹੈ ਉਹ ਨਿਹਾਲ ਹੋ ਜਾਂਦਾ ਹੈ।
ਘਰ ਗਹਿ ਲੀਨੇ ਆਪਣੇ ਦਾਸ। ਸਤਿਗੁਰਾਂ ਨੇ ਆਪਦੇ ਸਦਾਸ ਸੇਵਕ ਹੱਥ ਤੋਂ ਪਕੜ ਕੇ ਸੰਸਾਰ ਸਮੁੰਦਰ ਤੋਂ ਬਾਹਰ ਕੱਢ ਲਏ ਹਨ। ਸੰਸਾਰ ਸਾਗਰ ਤੇ ਕੱਢਦੇ ਹਾਥੀ, ਐਸੀ ਕਿਰਪਾ ਹੋਈ। ਰਾਮ ਨਾਮ ਰਿਦ ਦਿਓ ਨਿਵਾਸ। ਪਰਮਾਤਮਾ ਦੇ ਨਾਮ ਦਾ ਉਹਨਾਂ ਦੇ ਹਿਰਦੇ ਅੰਦਰ ਵਾਸਾ ਕਰ ਦਿੱਤਾ ਹੈ। ਸਦਾ ਆਨੰਦ ਨਾਹੀ ਕਿਸ ਸੋਗ। ਉਹਨਾਂ ਨੂੰ ਹਮੇਸ਼ਾ ਹੀ ਆਨੰਦ ਬਣਿਆ ਰਹਿੰਦਾ ਹੈ ਅਤੇ ਕਦੇ ਵੀ ਕੁਝ ਕੰਮ ਨਹੀਂ ਹੁੰਦਾ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਦੁਖ ਦਰਦ ਨਹ ਵਿਆਪੈ ਰੋਗ। ਜੰਮਣ ਮਰਨ ਦਾ ਦੁੱਖ, ਅਵਿਦਿਆ ਦੀ ਪੀੜਾ ਤੇ ਹੰਕਾਰ ਆਦਿਕ ਦਾ ਰੋਗ ਉਹਨਾਂ ਨੂੰ ਕਦੀ ਵੀ ਨਹੀਂ ਲੱਗਦਾ ਹੈ। ਰੋਗ ਕਮਣ ਜਾਂ ਰੱਖੈ ਆਪ, ਜੇ ਆਪ ਹੀ ਮਹਾਰਾਜ ਨੇ ਰੱਖ ਲਿਆ ਫਿਰ ਕਾਹਦਾ ਰੋਗ ਲੱਗਣਾ ਹੈ। ਪ੍ਰਭ ਰੋਗ ਮਿਟਾਵੇ, ਸਭ ਰੋਗ ਮਿਟਾਵੇ, ਨਵਾਂ ਨਰੋਆ ਨਾਨਕ ਰੱਖਾ ਆਪੇ ਹੋਆ। ਰੋਗ ਮਿਟਾਏ ਜੀਵਾਲੀਅਨ ਪ੍ਰਭ ਕਾ ਪ੍ਰਤਾਪ। ਇਉਂ ਮਹਾਰਾਜ ਦਾ ਇੰਨਾ ਤੇਜ ਪ੍ਰਤਾਪ ਹੈ ਕਿ ਸਾਰੇ ਹਉਮੈ ਦੀਰਘ ਰੋਗ, ਅਗਿਆਨ ਆਦਿਕ ਦੇ ਰੋਗ ਸਾਰਿਆਂ ਨੂੰ ਮੇੜ ਕੇ ਤੰਦਰੁਸਤੀ ਬਖਸ਼ਦਾ। ਹਰ ਕਾ ਨਾਮ ਧਿਆਈ ਕੈ, ਹੋ ਹਰਿਆ ਭਾਈ। ਕਰਮ ਲਖਨ ਦੇ ਪਾਈਐ ਰੁਤ ਸੁਹਾਈ। ਸੁਕੇ ਹਰੇ ਕੀਏ ਖਿਨ ਮਾਹੇ, ਕਾਟੇ ਕਸ਼ਟ ਪੂਰੇ ਗੁਰਦੇਵ। ਇਉਂ ਪੂਰੇ ਗੁਰੂਦੇਵ ਜੀ ਕਸ਼ਟਾਂ ਨੂੰ ਕੱਟ ਕੇ ਦੁੱਖ ਭੰਜਨ ਦੇਰਾ ਨਾਮ ਜੀ, ਦੁੱਖ ਭੰਜਨ ਦੇਰਾ ਨਾਮ ਆਪਦਾ ਨਾਮ ਦੇ ਕੇ ਦੁੱਖਾਂ ਨੂੰ ਖਤਮ ਕਰ ਦਿੰਦੇ ਨੇ। ਸਭ ਕਿਛ ਤੇਰਾ ਤੂੰ ਕਰਨ ਹਾਰ। ਇਹ ਮਹਾਰਾਜ ਸਭ ਕੁਝ ਤੇਰਾ ਹੀ ਬਖਸ਼ਿਸ਼ ਕੀਤਾ ਹੋਇਆ ਹੈ ਤੇ ਤੂੰ ਆਪ ਹੀ ਸਭ ਕੁਝ ਕਰਨ ਵਾਲਾ ਹੈ। ਪਾਰ ਬ੍ਰਹਮ ਗੁਰ ਅਗਮ ਅਪਾਰ। ਇਹ ਪੁੰਨਾਂ ਦੇ ਪਾਪਾਂ ਤੋਂ ਪਰੇ ਪਰਮਾਤਮਾ ਗੁਰ ਚੇਤਨ ਸਰੂਪ ਜਾਂ ਪਰਮਾਤਮਾ ਸਰੂਪ ਗੁਰੂ ਜੀ, ਤੁਸੀਂ ਮਨ ਕਰਕੇ ਗਮਤਾ ਤੋਂ ਰਹਿਤ ਅਤੇ ਪਾਰਾਵਾਰ ਤੋਂ ਰਹਿਤ ਹੋ। ਨਿਰਮਲ ਸੋਭਾ ਅਚਰਜ ਬਾਣੀ। ਇਹ ਮਹਾਰਾਜ ਆਪ ਦੀ ਸੋਭਾ ਵਡਿਆਈ ਉਜਲ ਹੈ ਤੇ ਬਾਣੀ ਮੇ ਵਿਸਮਾਦਤਾ ਵਾਲੀ ਹੈ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀਅ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰ ਹੈ ਜੰਤ। ਪਾਰ ਬ੍ਰਹਮ ਪੂਰਨ ਮਨ ਪਾਣੀ। ਇਹ ਪੂਰਨ ਪਾਰ ਬ੍ਰਹਮ ਪਰਮਾਤਮਾ ਹੀ ਤੁਹਾਡੇ ਮਨ ਹਿਰਦੇ ਵਿੱਚ ਚੰਗੀ ਲੱਗੀ ਹੈ, ਜੋ ਸਾਹਿਬਾਂ ਦੀ ਗੁਰੂ ਦੀ ਬਾਣੀ ਹੈ। ਜਲ ਥਲ ਮਹੀਲ ਰਵਿਆ ਸੋਏ। ਤੁਹਾਡੀ ਕੀਰਤੀ ਸਾਡੇ ਮਨ 'ਚ ਚੰਗੀ ਲੱਗਦੀ ਹੈ। ਇਹ ਸ਼ੋਭਾ ਦੇ ਮਾਲਕ ਪਰਮਾਤਮਾ, ਸੋ ਤੂੰ ਪਾਣੀ ਵਾਲੇ ਥਾਵਾਂ ਅਤੇ ਖੁਸ਼ਕ ਥਾਵਾਂ ਦੇ ਮਹੀਲ ਵਿੱਚ ਰਵਿਆ ਮਿਲ ਰਿਹਾ ਹੈ। ਨਾਨਕ ਸਭ ਕਿਛ ਪ੍ਰਭ ਤੇ ਹੋਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਪ੍ਰਭੂ, ਸਭ ਕੁਛ ਤੇਰੇ ਤੋਂ ਹੀ ਹੁੰਦਾ ਹੈ। ਭੈਰੋ ਮਹੱਲਾ ਪੰਜਵਾ। ਭੈਰੋਂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਗਲਾ ਸ਼ਬਦ ਉਚਾਰ ਰਹੇ ਹਨ। ਮਨ ਤਨ ਰਾਤਾ ਰਾਮ ਰੰਗ ਚਰਣੇ। ਜਿਸ ਮਨੁੱਖ ਦਾ ਮਨ ਹਿਰਦਾ ਅਤੇ ਤਨ ਸਰੀਰ ਰਾਮ ਪਰਮਾਤਮਾ ਦੇ ਰੰਗ ਪ੍ਰੇਮ ਅਤੇ ਚਰਨ ਕਮਲਾਂ ਦੇ ਵਿੱਚ ਰੰਗਿਆ ਗਿਆ ਹੈ। ਸਰਬ ਮਨੋਰਥ ਪੂਰਨ ਕਰਨੇ। ਪਰਮਾਤਮਾ ਨੇ ਉਹਦੇ ਸਾਰੇ ਮਨ ਦੇ ਜੋ ਫੁਰਨੇ ਸਨ ਉਹ ਪੂਰੇ ਕਰ ਦਿੱਤੇ ਹਨ। ਸੋ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ।
ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਮਨ ਸੋਚਦਾ ਬਾਅਦ ਵਿੱਚ ਹੈ, ਪੂਰਾ ਮਹਾਰਾਜ ਫੁਰਨਾ ਪਹਿਲਾਂ ਕਰ ਦਿੰਦਾ ਹੈ। ਆਠ ਪਹਿਰ ਗਾਵਤ ਭਗਵੰਤ, ਅੱਠੇ ਪਹਿਰ ਇੱਕ ਤੇ ਲਿਵੈ ਮੰਨੇ ਨ ਹੁਕਮ ਅਪਾਰ। ਉਹ ਫਿਰ ਵਾਹਿਗੁਰੂ ਜੀ ਦਾ ਹੁਕਮ ਮੰਨ ਕੇ ਮਨੁੱਖ ਅੱਠੇ ਪਹਿਰ ਭਾਵ ਰਾਤ ਦਿਨ ਭਗਵੰਤ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਸਤਿਗੁਰ ਦੀਨੋ ਪੂਰਾ ਮੰਤ, ਜਿਸ ਮਨੁੱਖ ਨੂੰ ਸਤਿਗੁਰੂ ਨੇ ਪੂਰਨ ਮੰਤਰ ਉਪਦੇਸ਼ ਦੇਣਾ ਕੀਤਾ ਹੈ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਪੂਰਨ ਸਤਿਗੁਰਾਂ ਨੇ ਜਿਹਨੂੰ ਵਾਹਿਗੁਰੂ ਗੁਰ ਮੰਤਰ ਦੇਣਾ ਕੀਤਾ ਹੈ। ਸੋ ਵੱਡ ਭਾਗੀ ਜਿਸ ਨਾਮ ਪਿਆਰ, ਇਹ ਭਾਈ ਉਹ ਮਨੁੱਖ ਵੱਡੇ ਭਾਗਾਂ ਵਾਲਾ ਹੈ ਜਿਸ ਦਾ ਪਰਮਾਤਮਾ ਦੇ ਨਾਮ ਨਾਲ ਪਿਆਰ ਲੱਗਾ ਹੋਇਆ ਹੈ। ਬਾਕੀ ਸਭ ਕੁਝ ਪੈਸੇ ਨਾਲ ਖਰੀਦਿਆ ਜਾ ਸਕਦਾ ਹੈ, ਪਰ ਜਿਹੜਾ ਗੁਰੂ ਘਰ ਨਾਲ ਪਿਆਰ ਹੈ, ਬਾਣੀ ਦੇ ਨਿਤਨੇਮ ਨਾਲ ਪਿਆਰ ਹੈ, ਵਾਹਿਗੁਰੂ ਦੇ ਭਜਨ ਨਾਲ ਪਿਆਰ ਹੈ, ਇਹ ਪਰਮਾਤਮਾ ਹੀ ਬਖਸ਼ੇ ਤਾਂ ਹੀ ਲੱਗਦਾ ਹੈ। ਆਪੇ ਲਾਇਓ ਆਪਣਾ ਪਿਆਰ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੂ ਨਾ ਉਪਜੈ, ਸੋ ਤਨ ਜਾਣ ਮਸਾਨ। ਸੋ ਜਿਹਨੂੰ ਵਾਹਿਗੁਰੂ ਬਖਸ਼ਿਸ਼ ਕਰਦਾ ਹੈ, ਇਹ ਪਿਆਰ ਦੀ ਖੇਡ ਉਹਦੇ ਤੇ ਵਰਤਦੀ ਹੈ, ਤੇ ਪਿਆਰ ਤੇ ਵੈਰਾਗ ਤੋਂ ਬਗੈਰ ਨਾਮ ਜਪਿਆ ਨਹੀਂ ਜਾਂਦਾ। ਤਿਸ ਕੈ ਸੰਗ ਤਰੈ ਸੰਸਾਰ, ਜਿਹਨੂੰ ਵਾਹਿਗੁਰੂ ਨੇ ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਆਪ ਦਾ ਪ੍ਰੇਮ ਬਖਸ਼ ਕੇ ਨਾਮ ਜਪਾ ਕੇ ਪ੍ਰਕਾਸ਼ ਆਪ ਦੀ ਪ੍ਰਾਪਤੀ ਕਰਵਾ ਦਿੱਤੀ। ਉਹ ਮਨੁੱਖ ਸੋ ਉਹ ਜਿਹੜਾ ਵੀ ਉਹਦੇ ਨਾਲ ਜੁੜਦਾ, ਉਹ ਆਪਦੇ ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਸੰਗੀਆਂ ਸਾਥੀਆਂ ਨੂੰ ਸਾਰੇ ਜਗਤ ਨੂੰ ਵੀ ਤਾਰ ਦਿੰਦਾ ਹੈ, ਆਪ ਤਰੇ ਤਾਰੇ ਨ ਸਰੇਠਾ। ਤਿਸ ਕੀ ਸੰਗਤ ਕਰਕੇ ਸਾਰਾ ਸੰਸਾਰ ਤਰ ਜਾਂਦਾ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਮਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਸੋਈ ਗਿਆਨੀ ਜੇ ਸਿਮਰੈ ਏਕ, ਇਹ ਭਾਈ ਅਸਲ ਗਿਆਨਵਾਨ ਗਿਆਨੀ ਜੀ ਉਹੀ ਹੈ ਜਿਹੜਾ ਇੱਕ ਅਦੁੱਤੀ ਪਰਮਾਤਮਾ ਨੂੰ ਸਿਮਰਦਾ ਹੈ। ਭੈ ਕਾਹੂ ਕੋ ਦੇਤ ਨ ਹੈ। ਗਿਆਨੀ ਦੇ ਕੀ ਲੱਛਣ ਨੇ? ਭੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨ ਧਿਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਸੋ ਤਨਵੰਤਾ ਜਿਸ ਬੁੱਧ ਵਿਵੇਕ, ਅਸਲ ਉਹੀ ਧਨ ਵਾਲਾ ਪੁਰਖ ਹੈ ਜਿਸ ਦੀ ਬੁੱਧ, ਜਿਸ ਦੀ ਮੱਤ ਵਿੱਚ ਸਰੂਪ ਦਾ ਗਿਆਨ ਹੈ। ਬਿਬ ਦੋ ਭਾਵ ਜੀਵ ਤੇ ਈਸ਼ ਦੀ ਏਕਤਾ ਵਾਲੀ, ਜਿਸ ਦੀ ਆਤਮ ਸ਼ੈਣੀ ਬੁੱਧ ਹੈ। ਅੰਤਰ ਅਗਿਆਨ ਹੋ ਬੁੱਧ ਹੈ, ਸੱਚ ਸ਼ਬਦ ਮਲ ਖੋਹ। ਸੋ ਕੁਲਵੰਤਾ ਜੇ ਸਿਮਰੈ ਸੁਆਮੀ, ਇਹ ਭਾਈ ਉਹੀ ਪੁਰਖ ਸ੍ਰੇਸ਼ਟ ਕੁਲ ਵਾਲਾ ਹੈ ਜਿਹੜਾ ਕਿ ਮਾਲਕ ਪਰਮਾਤਮਾ ਨੂੰ ਸਿਮਰਦਾ ਹੈ। ਜੇ ਹਰ ਛੋਡੋਂ ਤੋਂ ਕੁਲ ਲਾਗੈ ਗਾਲ। ਭਗਤਾਂ ਦੀ ਕੁਲ ਕਿਹੜੀ ਹੈ? ਸਾਧ ਸੰਗਤ ਹੀ। ਸੰਤਾਂ ਮਹਾਤਮਾ ਦੀ ਕੁਲ ਇਹ ਸੰਗਤ ਹੈ। ਕਹਿੰਦੇ ਜੇ ਮੈਂ ਵਾਹਿਗੁਰੂ ਨਾਮ ਛੱਡਾਂਗਾ, ਜੰਮਿਆ ਤੇ ਦੈਂਤਾਂ ਦੀ ਕੁਲ 'ਚ ਸੀਗਾ ਪ੍ਰਹਿਲਾਦ, ਦੈਂਤਾਂ ਦੀ ਕੁਲ ਨੂੰ ਕਾਹਦੀ ਗਾਲ ਲੱਗਣੀ ਹੈ? ਸਾਧ ਸੰਗਤ ਨੂੰ ਗਾਲ ਜਾਊਗੀ। ਕਿ ਸੰਗਤ ਦਾ ਬੰਦਾ ਹੋਵੇ ਤੇ ਕਿਸੇ ਕੋਲੋਂ ਡਰ ਕੇ ਉਹ ਵਾਹਿਗੁਰੂ ਕਹਿਣਾ ਛੱਡ ਦੇਵੇ। ਨਾਮਦੇਵ ਜੀ ਨੇ ਵੀ ਜਦ ਮਾਂ ਨੇ ਆਖਿਆ
ਕਿ ਨਾਮਦੇਵ ਛੋੜ ਰਾਮ ਕੀ ਨਾ ਭਜੈ ਖੁਦਾਏ। ਤੂੰ ਰਾਮ ਤੋਂ ਕੀ ਲੈਣਾ, ਆਪਦੀ ਜਾਨ ਬਚਾ, ਖੁਦਾ ਕਹਿ ਦੇ। ਕਹਿੰਦਾ ਠੀਕ, ਭਾਵੇਂ ਮਾਤਾ ਖੁਦਾ ਤੇ ਰਾਮ ਇੱਕੋ ਹੀ ਰੱਬ ਦੇ ਦੋ ਨਾਮ ਨੇ, ਪਰ ਜ਼ਬਰਦਸਤੀ ਮੈਨੂੰ ਕਿਉਂ ਘੁਮਾਉਂਦੇ ਨੇ। ਮੈਂ ਤਾਂ ਨਹੀਂ ਜ਼ੁਲਮ ਕਿਸੇ ਦਾ ਮੰਨਦਾ, ਇਹ ਨਹੀਂ ਮੰਨੂਗਾ, ਧਰਮ ਨਹੀਂ ਛੱਡੂਗਾ। ਮੇਰਾ ਧਰਮ ਰਾਮ ਕਹਿਣ ਨੂੰ ਕਹਿੰਦਾ, ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜਿਆ ਤੂੰ ਹਰ ਗੁਣ ਗਾਏ। ਤੂੰ ਧਰਮ ਤੋਂ ਮੈਨੂੰ ਥੜਕਾਉਂਦੀ ਹੈ, ਤੂੰ ਮੇਰੀ ਮਾਂ ਹੀ ਨਹੀਂ। ਇਹ ਜਿਹੜੇ ਧਰਮੀ ਹੁੰਦੇ ਨੇ ਉਹ ਕਿਸੇ ਵੀ ਕੀਮਤ ਤੇ ਆਪ ਦਾ ਧਰਮ ਨਹੀਂ ਤਿਆਗਦੇ। ਉਹੀ ਕੁਲ ਵਾਲਾ ਹੈ ਜਿਹੜਾ ਕਿ ਮਾਲਕ ਪਰਮਾਤਮਾ ਨੂੰ ਸਿਮਰਦਾ ਹੈ। ਬਾਬੇ ਤਾਰੂ ਸਿੰਘ ਨੇ ਖੋਪਰਾ ਲਵਾ ਲਿਆ ਪਰ ਸਿੱਖੀ ਨਹੀਂ ਤਿਆਗੀ। ਸਾਹਿਬਜ਼ਾਦੇ ਜਕਾਰੇ ਛੱਡਦੇ ਹੀ ਗਏ ਪਰ ਸੰਗਤ ਜੀਓ ਧਰਮ ਨਹੀਂ ਤਿਆਗਿਆ। ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਤ ਕਲਗੀਧਰ ਦੇ ਬਚਨ ਨੇ, ਸੀਸ ਦਿਆ ਪਰ ਸਿਰ ਨਾ ਦਿਆ। ਆਪਦਾ ਧਰਮ ਨਹੀਂ ਤਿਆਗਿਆ, ਸਿਦਕ ਨਹੀਂ ਛੱਡਿਆ, ਵਾਹਿਗੁਰੂ ਦਾ ਨਾਮ ਨਹੀਂ ਛੱਡਿਆ। ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਆਪ ਦਾ ਸੀਸ ਉਤਰਵਾਇਆ। ਭਾਈ ਮਨੀ ਸਿੰਘ ਨੇ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਕਹਿ ਕੇ ਬੰਦ ਕਟਵਾਇਆ। ਇਹ ਭਗਤਾਂ ਦੀ ਕੁਲ ਹੈ ਜੋ ਵਾਹਿਗੁਰੂ ਦਾ ਹਰ ਕੀਮਤ ਤੇ ਸਿਮਰਨ ਕਰਦੀ, ਜਿਨ੍ਹਾਂ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਪਰ ਤੇਰੇ ਪਾਣੀ ਨੂੰ ਮਿੱਠਾ ਮੰਨਦਿਆਂ ਵਾਹਿਗੁਰੂ ਦਾ ਨਾਮ ਨਹੀਂ ਛੱਡਿਆ, ਧਰਮ ਨਹੀਂ ਤਿਆਗਿਆ। ਰਹਿ ਦਾ ਪਾਠ ਕਰਕੇ ਇਹੀ ਅਰਦਾਸ ਕੀਤੀ। ਮੀਰ ਮੰਨੂ ਦੀ ਜੇਲ੍ਹ 'ਚ ਸਵਾ ਮਣ ਦੇ ਪੀਸ ਨੇ ਪੀਸ ਕੇ ਵੀ ਕਿਹਾ, ਤੇਰੇ ਭਾਣੇ ਅੰਦਰ ਸੁੱਖ ਨਾਲ ਦਿਨ ਬਤੀਤ ਹੋਇਆ, ਆਈ ਰਾਤਰੀ ਸੁੱਖ ਨਾਲ ਬਤੀਤ ਹੋਵੇ। ਇਹ ਭਗਤਾਂ ਦੀ ਕੁਲ ਹੈ। ਸੋ ਪਤਵੰਤਾ ਜੇ ਆਪ ਪਛਾਨੀ, ਉਹੀ ਪੁਰਖ ਸ੍ਰੇਸ਼ਟ ਇੱਜ਼ਤ ਵਾਲਾ ਹੈ ਜਿਹੜਾ ਸਰੀਰਾਂ ਦਾ ਮੋਹ ਛੱਡ ਕੇ ਆਪਣੀ ਆਤਮਾ ਦੀ ਪਹਿਚਾਣ ਕਰਦਾ ਹੈ। ਸੋ ਜਿਹੜਾ ਆਪਣੇ ਆਪ ਨੂੰ ਪਹਿਚਾਣ ਲੈਂਦਾ ਹੈ ਉਹੀ ਅਸਲ 'ਚ ਇੱਜ਼ਤ ਵਾਲਾ ਹੈ। ਬਾਕੀ ਕਲਯੁਗ ਦੇ ਵਿੱਚ ਆਪ ਦੀ ਇੱਜ਼ਤ ਬਚਾਉਣੀ ਸਭ ਤੋਂ ਔਖੀ ਹੈ। ਪੈਸਾ ਕਮਾਉਣਾ ਸੌਖਾ ਹੈ, ਪਦਾਰਥ ਕਮਾਉਣੇ ਸੌਖੇ ਨੇ, ਪਰ ਇੱਜ਼ਤ ਕਮਾਉਣੀ ਬੜੀ ਔਖੀ ਹੈ। ਪਾਤਸ਼ਾਹ ਦਾ ਬਚਨ ਹੈ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਉਹਦੇ ਖਾਣੇ ਨੂੰ, ਪੀਣੇ ਨੂੰ, ਰਹਿਣੇ ਬਹਿਣੇ ਨੂੰ ਤਰਕਾਰ ਹੈ ਜਿਹਦੀ ਇੱਜ਼ਤ ਹੀ ਨਹੀਂ। ਸੋ ਗੁਰੂ ਸਾਹਿਬ ਆਪ ਨਾਮ ਜਪਣ ਵਾਲਿਆਂ ਨੂੰ ਸਿਰੋਂ ਪਾਉ ਦਾ ਮਤਲਬ ਸਿਰ ਤੋਂ ਲੈ ਕੇ ਪੈਰਾਂ ਤੱਕ ਪੜਦਾ ਕੱਪੜਾ, ਇੱਜ਼ਤ ਪੱਤ ਢੱਕਦੇ ਨੇ। ਐਸੀ ਕਿਰਪਾ ਹੈ ਗੁਰੂ ਮਹਾਰਾਜ ਦੀ। ਸੋ ਇਹ ਆਪਨੇ ਪਿੱਛੇ ਗੁਰਬਾਣੀ ਦੀ ਕਥਾ ਸਰਵਣ ਕੀਤੀ ਸੀ। ਆਓ ਹੁਣ ਅੱਗੇ ਨਵੀਂ ਕਥਾ ਅੱਜ ਦੀ ਪਿਆਰ ਨਾਲ ਸੁਣੋ ਜੀ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਪਹਿਰਾਓ ਮਹੱਲਾ ਪੰਜਵਾ। ਇਸ ਪਾਵਨ ਸ਼ਬਦ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਜੀ ਨਿੰਦਿਆ ਕਰਨ ਦਾ ਖੋਟਾ ਫਲ ਦਰਸਾਉਂਦੇ ਹਨ। ਨਿੰਦਕ ਕਉ ਫਿਟ ਕੇ ਸੰਸਾਰ, ਇਹ ਭਾਈ ਨਿੰਦਿਆ ਕਰਨ ਵਾਲੇ, ਅਣਹੋਇਆ ਦੂਸ਼ਣ ਆਰੋਪਣ ਵਾਲੇ ਨੂੰ ਸਾਰਾ ਸੰਸਾਰ ਹੀ ਲਾਹਣਤਾਂ ਫਟਕਾਰਾਂ ਪਾਉਂਦਾ ਹੈ। ਨਿੰਦਕ ਕਾ ਵਿਵਹਾਰ, ਨਿੰਦਿਆ ਕਰਨ ਵਾਲੇ ਮਨੁੱਖ ਦਾ ਵਿਵਹਾਰ ਵੀ ਝੂਠਾ ਹੁੰਦਾ ਹੈ। ਨਿੰਦਕ ਕਾ ਆਚਾਰ, ਨਿੰਦਿਆ ਕਰਨ ਵਾਲੇ ਮਨੁੱਖ ਦਾ ਜਿਹੜਾ ਆਚਰਨ ਕਰਤੱਵ ਹੈ ਉਹ ਵੀ ਮੈਲਾ ਹੁੰਦਾ ਹੈ। ਮੈਲਾ ਹਰ ਕੇ ਨਾਮ ਬਿਨ ਜੀਓ, ਦਾਸ ਆਪਣੇ ਕਉ ਰਾਖਨ ਹਾਰ। ਪਰ ਪ੍ਰਭੂ ਆਪ ਦੇ ਸੇਵਕ ਨੂੰ ਨਿੰਦਿਆ ਤੇ ਨਿੰਦਕਾਂ ਤੋਂ ਬਚਾ ਕੇ ਰੱਖਣ ਵਾਲਾ ਹੈ। ਨਿੰਦਕ ਮੋਆ ਨਿੰਦਕ ਕੈ ਨਾਲ, ਨਿੰਦਿਆ ਕਰਨ ਵਾਲਾ ਮਨੁੱਖ ਆਪ ਤਾਂ ਮਰਦਾ ਹੀ ਹੈ ਤੇ ਨਿੰਦਿਆ ਕਰਨ ਵਾਲੇ ਦੇ ਨਾਲ ਮਿੱਤਰਤਾ ਕਰਨ ਵਾਲਾ ਵੀ ਮਰ ਜਾਂਦਾ ਹੈ। ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ, ਪਾਪਾਂ ਤੇ ਪੁੰਨਾਂ ਤੋਂ ਪਰੇ ਤੇ ਵਿਆਪਕ ਸਰੂਪ ਪਰਮਾਤਮਾ ਨੇ ਆਪਣੇ ਦਾਸ ਬਚਾ ਕੇ ਰੱਖੇ ਹਨ। ਨਿੰਦਕ ਗੁਰ ਕਿਰਪਾ ਤੇ ਹਟਿਓ।
ਪਾਰ ਬ੍ਰਹਮ ਪਰਮੇਸ਼ਰ। ਸੋ ਮਹਾਰਾਜ ਨੇ ਇਹੋ ਜਿਹੀ ਕਿਰਪਾ ਕੀਤੀ ਆ ਕਿ ਸਿਵ ਕੈ ਬਾਹਣ ਸਿਰ ਘਾਟਿਓ। ਜਿਹੜਾ ਨਿੰਦਕ ਸੁਲਹੀ ਖਾਂ ਸੀ ਗੁਰੂ ਘਰ ਦਾ, ਉਹ ਅੱਗ 'ਚ ਸੜ ਕੇ ਜਿਉਂਦਾ ਹੀ ਮਰ ਗਿਆ। ਕੁਹਾੜਾ ਜਿਹੜਾ ਉਹਦਾ ਹੱਥ 'ਚ ਫੜਿਆ ਸੀ ਉਹ ਸਾਹ ਅੱਗ 'ਤੇ ਵੱਜਿਆ ਤੇ ਉਹਦੇ ਨਾਲ ਉਹਦਾ ਕੰਮ ਤਮਾਮ ਹੋ ਗਿਆ। ਆਪਦੇ ਸੇਵਕ ਸ੍ਰੀ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ ਆਦਿਕ ਸੰਗਤਾਂ ਨੂੰ ਵਾਹਿਗੁਰੂ ਨੇ ਆਪ ਬਚਾਇਆ। ਨਿੰਦਕ ਕੈ ਸਿਰ ਕੜਕਿਓ ਕਾਲ। ਨਿੰਦਿਆ ਕਰਨ ਵਾਲੇ ਦੇ ਸਿਰ ਉੱਪਰ ਕਾਲ ਗਰਜਿਆ ਹੈ। ਚੰਦੂ ਦੀ ਨੱਕ 'ਚ ਮਾਰੇ ਨੇ ਨਕੇਲ ਪਾਈ ਸੀ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਨਿੰਦਕ ਕਾ ਕਹਿਆ ਕੋਈ ਨ ਮਾਨੈ। ਨਿੰਦਿਆ ਕਰਨ ਵਾਲਿਆਂ ਦਾ ਆਖਾ ਹੋਇਆ ਬਚਨ ਕੋਈ ਵੀ ਸੱਚ ਨਹੀਂ ਮੰਨਦਾ। ਨਿੰਦਕ ਝੂਠ ਬੋਲ ਪਛਤਾਨੇ। ਨਿੰਦਿਆ ਕਰਨ ਵਾਲੇ ਮਨੁੱਖ ਝੂਠ ਬੋਲ ਕੇ ਅੰਤ ਨੂੰ ਪਛਤਾਤਾਪ ਕਰਦੇ ਹਨ। ਹਾਥ ਪਛੋਰੈ ਸਿਰ ਧਰਨ ਲਗਾਹੇ। ਉਹ ਹੱਥਾਂ ਨੂੰ ਪਛਾੜਦੇ ਮਲਦੇ ਤੇ ਸਿਰ ਨੂੰ ਧਰਤੀ ਤੇ ਪਟਕਾਉਂਦੇ ਨੇ, ਲਗਾਉਂਦੇ ਹਨ। ਭਾਵ ਹੱਥਾਂ ਨੂੰ ਮੱਥੇ ਤੇ ਮਾਰਦੇ, ਫਿਰ ਧਰਤੀ ਤੇ ਪਟਕਾਉਂਦੇ, ਅਤਿਅੰਤ ਦੀਨ ਦੁਖੀ ਹੁੰਦੇ ਨੇ। ਨਿੰਦਕ ਕਉ ਦਈ ਛੋਡੈ ਨਾਹੇ। ਨਿੰਦਿਆ ਕਰਨ ਵਾਲਿਆਂ ਨੂੰ ਪ੍ਰੇਰਕ ਪਰਮਾਤਮਾ ਛੱਡੇਗਾ ਨਹੀਂ। ਭਾਵ ਨਰਕਾਂ ਦੇ ਵਿੱਚ ਜ਼ਰੂਰ ਬਰ ਜ਼ਰੂਰ ਪਾਉਣਾ ਕਰੇਗਾ। ਹਰ ਕਾ ਦਾਸ ਕਿਛ ਬੁਰਾ ਨ ਮੰਗੈ। ਹਰੀ ਪਰਮਾਤਮਾ ਦਾ ਦਾਸ ਸੇਵਕ ਕਿਸੇ ਦਾ ਕੁਝ ਵੀ ਮੰਗਦਾ। ਨਿੰਦਕ ਕਉ ਲਾਗੈ ਦੁਖ ਸੰਗੈ। ਨਿੰਦਿਆ ਕਰਨ ਵਾਲਿਆਂ ਨੂੰ ਨਕਲਾਂ ਲਾਉਣ ਕਰਕੇ ਦੁੱਖ ਕਸ਼ਟ ਦੁੱਖ ਰੂਪੀ ਬਰਸ਼ੀ ਲੱਗਦੀ ਹੈ। ਬਗਲੇ ਜਿਉ ਰਹਿ ਪੰਖ ਪਸਾਰ। ਨਿੰਦਕ ਪੁਰਖ ਬਗਲੇ ਵਾਂਗ ਪਖੰਡ ਦੇ ਭੇਖਾਂ ਰੂਪ ਖੰਭ ਫੈਲਾ ਰਿਹਾ ਹੈ। ਮੁਖ ਤੇ ਬੋਲਿਆ ਤਾਂ ਕੱਢਿਆ ਵਿਚਾਰ। ਪਰ ਜਦ ਆਪਣੇ ਮੂੰਹ ਤੋਂ ਨਿੰਦਿਆ ਰੂਪ ਵਚਨ ਬੋਲਦਾ ਤਾਂ ਗੁਰਮੁਖਾਂ ਨੇ ਵਿਚਾਰ ਕੇ ਉਸ ਨੂੰ ਸਤਸੰਗਤ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ। ਅੰਤਰ ਜਾਮੀ ਕਰਤਾ ਸੋਏ। ਉਹ ਕਰਤਾ ਪੁਰਖ ਸਭਨਾਂ ਦੀ ਅੰਦਰ ਦੀ ਜਾਣਨ ਵਾਲਾ ਹੈ, ਜਾਂ ਉਹ ਅੰਤਰਜਾਮੀ ਪਰਮਾਤਮਾ ਸਾਰੀ ਜਗਤ ਦਾ ਕਰਤਾ ਹੈ। ਹਰ ਜਨ ਕਰੈ ਸੁਨਿਹ ਚਲ ਹੋਏ। ਉਸ ਪਰਮਾਤਮਾ ਦੇ ਸੇਵਕ ਜੋ ਵੀ ਉਹ ਪਰਮਾਤਮਾ ਦੇ ਸੇਵਕ ਕਰਦੇ ਨੇ ਉਹ ਨਿਸ਼ਚੈ ਕਰਕੇ ਅਚਲ ਹੁੰਦਾ। ਜਾਂ ਇਹ ਅਚਲ ਗੱਲ ਹੈ ਕਿ ਹਰੀ ਦਾ ਸੇਵਕ ਜੋ ਕੁਝ ਬਚਨ ਕਰਦਾ ਹੈ, ਇੱਕ ਸਾਧ ਬਚਨ ਅਟਲੱਦ ਉਹ ਜ਼ਰੂਰ ਬਰ ਜ਼ਰੂਰ ਪੂਰਾ ਸੱਚ ਹੁੰਦਾ ਹੈ। ਹਰ ਕਾ ਦਾਸ ਸਾਚਾ ਦਰਬਾਰ। ਹਰੀ ਪਰਮਾਤਮਾ ਦਾ ਸੇਵਕ ਸਾਧ ਸੰਗਤ ਸੱਚਖੰਡ ਰੂਪ ਦਰਬਾਰ ਵਿੱਚ ਸਦਾ ਸੱਚਾ ਹੈ। ਜਨ ਨਾਨਕ ਕਹਿਆ ਤਤ ਵਿਚਾਰ। ਸਤਿਗੁਰੂ ਸਾਹਿਬ ਜੀ ਦਾਸਾ ਭਾਵ ਧਾਰਨ ਕਰਕੇ ਕਥਨ ਕਰਦੇ ਨੇ ਕਿ ਇਹ ਭਾਈ ਅਸਾਂ ਨੇ ਇਹ ਸਿਧਾਂਤ ਵਿਚਾਰ ਨਿਰਣਾ ਕਰਕੇ ਦੱਸਿਆ ਹੈ। ਭੈਰਵ ਮਹੱਲਾ ਪੰਜਵਾ। ਭੈਰੋਂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ। ਦੋਏ ਕਰ ਜੋਰ ਕਰੋ ਅਰਦਾਸ। ਮੈਂ ਆਪਣੇ ਦੋਵੇਂ ਪ੍ਰਤੱਖ ਹੱਥ ਜੋੜ ਕੇ ਜਾਂ ਮਨ ਬੁੱਧ ਰੂਪ ਹੱਥ ਜੋੜ ਕੇ ਪ੍ਰਭੂ ਇਹ ਸਰੀਰ ਅਤੇ ਤਨ ਰੋਕੜੀ ਆਦਿਕ ਰਾਸ ਪੂੰਜੀ ਬਖਸ਼ਿਸ਼ ਕੀਤੀ ਹੋਈ ਹੈ। ਕਹਿਣ ਤਾਂ ਅਸੀਂ ਸਾਰੇ ਹੀ ਕਹਿੰਦੇ ਹਾਂ, ਪਰ ਇਹ ਪ੍ਰੈਕਟੀਕਲੀ ਨਿਭਾਉਣਾ ਔਖਾ। ਆਹ ਗੋਲਡਨ ਹੱਟ ਵਾਲੇ ਹਰਿਆਣਵੀ ਜਿਹੜੇ ਗੁਰਮੁਖ ਨੇ ਜੱਟ ਜ਼ਿਮੀਂਦਾਰਾਂ ਦੇ ਉੱਥੇ ਧਰਨੇ ਦੇ ਵਿੱਚ ਸ਼ਾਮਲ ਲੋਕਾਂ ਦੀ ਸੇਵਾ ਕਰ ਰਹੇ ਨੇ। ਹੋਰ ਵੀ ਬੇਅੰਤ ਦਾਨੀ ਪੁਰਖ ਉੱਥੇ ਕਈ ਕੁਛ ਜਾ ਕੇ ਵਰਤਾਉਂਦੇ ਹਨ।
ਇਉਂ ਆਪ ਦੇ ਕੋਲੋਂ ਦੇਣਾ ਬੜਾ ਕਠਿਨ ਹੈ। ਕਹਿਣ ਨੂੰ ਤਾਂ ਆਸਾਂ, ਇਹ ਝਾਟੀ ਬੋਲ ਦੇਣਾ ਆਪਾਂ ਕਹਿ ਦਿੰਦੇ ਹਾਂ, ਪਰ ਜਿਹਦੇ 'ਤੇ ਗੁਰੂ ਦੀ ਕਿਰਪਾ ਹੋਵੇ ਉਹੀ ਰੱਬ ਦਾ ਦਿੱਤਾ ਜਾਣ ਕੇ। ਜਿਵੇਂ ਬੀਬੀ ਰਜੀ, ਪਿਤਾ ਜੀ ਤੈਨੂੰ ਵੀ ਵਾਹਿਗੁਰੂ ਦਿੰਦਾ ਅਤੇ ਮੇਰੀ ਵੀ ਰੋਜੀ ਉਹਦੇ ਹੱਥ ਵਿੱਚ। ਸਮਝਣਾ ਬੜਾ ਔਖਾ ਹੈ। ਜਿਹਨੂੰ ਸਮਝ ਆ ਗਈ ਉਹਦੇ ਬੇੜੇ ਪਾਰ ਹਨ। ਜਿਸ ਦਾ ਦਿੱਤਾ ਖਾਵਣ ਤਿਸ ਕਹੀਏ ਸਾਬਾਸ, ਉਹੀ ਦੇਣ ਵਾਲਾ ਹੈ। ਬੰਦਾ ਪੁੱਛੇ ਜਦੋਂ ਜੰਮੇ ਸੀ ਸਾਡੇ ਪੱਲੇ ਤਾਂ ਕੱਖ ਵੀ ਨਹੀਂ, ਕੱਪੜੇ ਵੀ ਆਪਣੇ ਨਹੀਂ, ਉਹ ਵੀ ਗੁਆਂਢੀਆਂ ਦੇ ਮੰਗ ਕੇ ਬੱਚੇ ਨੂੰ ਪਾਉਂਦੇ ਨੇ, ਹੋਰ ਤਾਂ ਕੀ ਹੈ। ਉਹ ਜੋ ਕੁਛ ਮਿਲਿਆ ਸਾਨੂੰ ਗੁਰਦੁਆਰਿਓਂ ਮਿਲਿਆ ਹੈ, ਵਾਹਿਗੁਰੂ ਨੇ ਦਿੱਤਾ ਹੋਇਆ ਹੈ। ਇਸ ਲਈ ਤਨ ਮਨ, ਜਿਸ ਕਾ ਤਨ ਮਨ, ਜਿਸ ਦਾ ਇਹ ਸਰੀਰ ਦਿੱਤਾ ਹੈ, ਮਨ ਦਿੱਤਾ, ਧਨ ਸਭ ਤਿਸ ਕਾ, ਧਨ ਵੀ ਉਸੇ ਦਾ ਹੀ ਦਿੱਤਾ ਹੋਇਆ ਹੈ। ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਧ ਨਿੱਕੀ ਖਟਾਨੀ। ਸੋਈ ਮੇਰਾ ਸੁਆਮੀ ਕਰਨ ਹਾਰ, ਉਹੀ ਮੇਰਾ ਮਾਲਕ ਹੈ ਜੋ ਪ੍ਰਭੂ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ। ਓਟ ਬਾਰ ਜਾਈ ਬਲਹਾਰ, ਮੈਂ ਕਰੋੜਾਂ ਵਾਰ ਉਸ ਪ੍ਰਭੂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਸਾਧੂ ਤੂਰਾ ਪਨੀਤ ਕਰੀ, ਪਰਮਾਤਮਾ ਦੇ ਸੰਤ ਜਨਾਂ ਦੀ ਚਰਨ ਧੂੜੀ ਜੀਵਨ ਨੂੰ ਪਵਿੱਤਰ ਕਰਨੇ ਵਾਲੀ ਹੈ। ਮਨ ਕੇ ਵਿਕਾਰ ਮਿਟੈ ਪ੍ਰਭ ਸਿਮਰਤ, ਸਾਧ ਸੰਗਤ ਦੁਆਰਾ ਪਰਮਾਤਮਾ ਦਾ ਨਾਮ ਸਿਮਰਦਿਆਂ ਹੀ ਮਨ ਦੇ ਅੰਦਰੋਂ ਕਾਮ ਕ੍ਰੋਧ ਆਦਿਕ ਵਿਕਾਰ ਮਿਟ ਜਾਂਦੇ ਹਨ। ਜਿੰਨਾ ਚਿਰ ਕਮਾਈ ਨਹੀਂ ਕੀਤੀ ਜਾਂਦੀ ਉਹਨਾਂ ਚਿਰ ਹੰਕਾਰ ਕਾਮ ਆਦਿਕ ਵਿਕਾਰਾਂ ਦੇ ਫੁਰਨੇ ਮਨ ਵਿੱਚੋਂ ਖਤਮ ਨਹੀਂ ਹੁੰਦੇ ਹਨ। ਕਿਉਂਕਿ ਜੋ ਸੋਚਾਂਗੇ, ਜੋ ਵੇਖਾਂਗੇ, ਜੋ ਪੜ੍ਹਾਂਗੇ, ਅਸਰ ਤਾਂ ਉਸੇ ਤਰ੍ਹਾਂ ਹੋਊਗਾ। ਜੇ ਬਾਣੀ ਹੀ ਪੜ੍ਹੀ ਜਾਵਾਂਗੇ, ਹਮੇਸ਼ਾ ਬਾਣੀ ਵਿੱਚ ਹੀ ਰੁੱਝੇ ਰਹਾਂਗੇ, ਬਹੁਤਾ ਨਹੀਂ ਤਾਂ ਪੱਥਰ 'ਤੇ ਵੀ ਘਾਰੀ ਪੈ ਜਾਂਦੀ ਹੈ। ਖੂਹ ਦੀ ਮੌਣ ਰੱਸੇ ਨਾਲ ਘਸੀ ਹੁੰਦੀ ਹੈ। ਬਾਲਟੀ ਵੱਜ ਵੱਜ ਕੇ, ਉਹ ਪੁਰਾਣੇ ਖੁਰੇ ਹੁੰਦੇ ਸੀਗੇ ਨਲਕਿਆਂ ਦੇ ਥੱਲੇ, ਹੈਂਡ ਪੰਪ ਦੇ ਹੇਠਾਂ ਬਾਲਟੀ ਦਾ ਨਿਸ਼ਾਨ ਪੈ ਜਾਂਦਾ ਸੀਗਾ। ਹਰਿਮੰਦਰ ਸਾਹਿਬ ਵੀ ਮੈਂ ਦੇਖਿਆ ਪਾਣੀ ਦੀਆਂ ਬਾਲਟੀਆਂ ਧਵਾਈ ਸੇਵਾ ਨੇ ਉਹ ਮਾਰ ਮਾਰ ਜ਼ੋਰ ਦੀ ਪਾਣੀ, ਉਹ ਪੱਥਰ ਦੇ ਵਿੱਚੋਂ ਵੀ ਦਾਣੇ ਦਾਣੇ ਜੇ, ਜਿਸ ਤਰ੍ਹਾਂ ਕਿਸੇ ਨੇ ਵਿੱਚੋਂ ਕੁਛ ਕੱਢਿਆ ਹੋਵੇ, ਪੱਥਰ ਦੇ ਵਿੱਚ ਵੀ ਮੋਰੀਆਂ ਹੋ ਜਾਂਦੀਆਂ। ਪਾਣੀ ਵੇਖੋ ਸਭ ਤੋਂ ਨਰਮ ਪਾਣੀ ਹੈ। ਅਤੇ ਜਿਹੜੀ ਗੁਰਬਾਣੀ ਹੈ ਇਹ ਤਾਂ ਹੈ ਹੀ ਕਿਰਪਾ ਵਾਲੀ, ਕਿਉਂ ਨਹੀਂ ਮਨ 'ਤੇ ਅਸਰ ਹੋਊਗਾ? ਸਾਡੇ ਖੁਦ ਆਪ 'ਤੇ ਹੁੰਦਾ ਹੈ। ਜੇ ਨਿਤਨੇਮ ਟੁੱਟ ਜਾਏ ਮਨ ਫਿੱਕਾ ਪੈ ਜਾਂਦਾ ਹੈ। ਇਸ ਲਈ ਮਨ ਦੇ ਵਿੱਚੋਂ ਵਿਕਾਰ ਦੂਰ ਕਰਨੇ ਨੇ ਤਾਂ ਪ੍ਰਭੂ ਦਾ ਸਿਮਰਨ ਮਾਲਾ ਫੜ ਕੇ ਕਰਨਾ ਪਏਗਾ। ਜਨਮ ਜਨਮ ਕੀ ਮੈਲ ਹਰੀ, ਜਨਮਾਂ ਜਨਮਾਤਰਾਂ ਦੀ ਪਾਪਾਂ ਰੂਪੀ ਮੈਲ ਵੀ ਮਹਾਰਾਜ ਨੇ ਸਾਡੀ ਨਾਸ਼ ਕਰ ਦਿੱਤੀ ਹੈ। ਕਈ ਕਹਿੰਦੇ ਮਨ ਜੇ ਨਿਰਮਲ ਨਹੀਂ, ਮਨ ਸਾਫ਼ ਨਹੀਂ, ਗੁਰੂ ਘਰ ਆਉਣ ਦਾ ਕੀ ਫਾਇਦਾ? ਮਨ ਨਿਰਮਲ ਕਰਕੇ ਸਾਡੇ ਹਿਰਦੇ 'ਚ ਬਾਣੀ ਵਸਾਓ। ਇਸ ਤਰ੍ਹਾਂ ਨਹੀਂ ਹੈ। ਮਨ ਤਾਂ ਨਿਰਮਲ ਕਰਨ ਲਈ ਆਏ ਹਾਂ। ਦਰਿਆ ਦੇ ਕਿਨਾਰੇ 'ਤੇ ਕਿਉਂ ਜਾਈਦਾ? ਇਸ਼ਨਾਨ ਕਰਨ ਲਈ ਜਾਈਦਾ। ਜੇ ਘਰੋਂ ਹੀ ਬੰਦਾ ਨਹਾ ਕੇ ਗਿਆ ਤਾਂ ਸਮੁੰਦਰ 'ਤੇ ਜਾਣ ਦਾ ਕੀ ਫਾਇਦਾ ਹੋਇਆ? ਇਸ ਲਈ ਇਸ਼ਨਾਨ ਕਰਨ ਵਾਸਤੇ, ਪਾਣੀ ਪੀਣ ਲਈ ਤਾਂ ਪਾਣੀ ਕੋਲ ਜਾਣਾ ਹੈ। ਜੇ ਪਹਿਲਾਂ ਹੀ ਆਪਾਂ ਸਹੀ ਹਾਂ ਫਿਰ ਪਾਣੀ ਦਾ ਕੀ ਲਾਭ ਹੋਇਆ? ਇਹ ਮਹਾਰਾਜ ਦੀ ਭਗਤੀ ਦੀ ਨਦੀ ਵਗ ਰਹੀ ਹੈ। ਇਹ ਮਹਾਰਾਜ ਗੁਣਾਂ ਦੇ ਸਮੁੰਦਰ ਨੇ। ਇਹ 'ਚ ਇਸ਼ਨਾਨ ਸਾਫ਼ ਕਰਨ ਲਈ ਚਾਹੀਦਾ ਹੈ। ਬਾਣੀ ਨੇ, ਸੰਗਤ ਨੇ ਹੀ ਮਨ ਸਾਫ਼ ਕਰਨਾ ਹੈ। ਕਿਉਂ? ਮਨ ਦੇ ਵਿਕਾਰ ਸੰਗਤ ਕਰਨ ਤੋਂ, ਪਾਠ ਪੂਜਾ ਕਰਨ ਤੋਂ, ਸਿਮਰਨ ਕਰਨ ਤੋਂ ਹੀ ਦੂਰ ਹੁੰਦੇ ਨੇ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੁਆ ਸਿਆਹੋ ਨਾ ਹੋਵਈ, ਜੇ ਸੋ ਤੋ ਮਨ ਭਾਵ। ਕਿਸੇ ਹੋਰ ਕਰਮ ਧਰਮ ਨਾਲ ਹੀ ਨਿਰਮਲ ਨਹੀਂ ਹੁੰਦਾ। ਨਿਰਮਲ ਹੋਣ ਦੀ ਨਿਸ਼ਾਨੀ ਕੀ ਹੈ? ਸਾਫ਼ ਹੋ ਸਾਡਾ ਮਨ। ਪਾਠ ਕੀਤਾ, ਦੂਜਾ ਹੋਰ ਕਰ ਲਈਏ। ਵੱਧ ਤੋਂ ਵੱਧ ਇੱਕ ਹਫ਼ਤਾ ਕੋਈ ਵੀ ਨਿਤਨੇਮ ਆਰੰਭ ਕਰ ਲਓ, ਮਨ ਅੜੀ ਕਰਦਾ, ਔਖਾ ਹੁੰਦਾ। ਮੁੜ ਕੇ ਯੂਜ਼ ਟੂ ਹੌਲੀ ਹੌਲੀ ਵਧਾਈ ਜੋ ਵੱਧਦਾ ਜਾਂਦਾ ਹੈ ਨਿਤਨੇਮ।
ਇਸ ਵਾਸਤੇ ਇੱਕ ਵਾਰੀ ਭੱਜ ਭੁੱਜ ਕੇ ਜਹਾਜ਼ 'ਚ ਬਹਿਣਾ ਹੀ ਔਖਾ, ਮੁੜ ਕੇ ਤਾਂ ਢੋਲ ਆ ਕੇ ਭਾਵੇਂ ਸੌਂ ਹੀ ਜਾਓ, ਇਹਨੂੰ ਲਾਉਣਾ ਹੀ ਔਖਾ ਹੈ। ਫਿਰ ਆਪਣੇ ਆਪ ਹੀ ਇਹਦੀ ਹੈਬਿਟ ਬਣ ਜਾਏਗੀ। ਫਿਰ ਮਹਾਰਾਜ ਕਿਰਪਾ ਵੀ ਕਰ ਦਿੰਦਾ ਹੈ। ਕਈ ਕਹਿੰਦੇ ਜੀ ਅੰਮ੍ਰਿਤ ਦੀ ਰਹਿਤ ਨਹੀਂ ਰਹਿਣੀ, ਤੁਸੀਂ ਛਕ ਕੇ ਤਾਂ ਵੇਖੋ, ਕੀ ਤਾਂ ਗੁਰੂ ਗੋਬਿੰਦ ਸਿੰਘ ਤੁਹਾਡੇ ਤੇ ਨਿਗਾਹ ਪਾ ਦੇਵੇ, ਤਾਕਤ ਵੀ ਤਾਂ ਉਹਨੇ ਦੇਣੀ ਹੈ। ਇਸ ਲਈ ਢੇਰੀ ਨਹੀਂ ਢਾਉਣੀ ਚਾਹੀਦੀ। ਉਦਮ ਕਰ ਹਰ ਜਾਪਣਾ, ਵਡਭਾਗੀ ਤਨ ਖਾਟ, ਸੰਤ ਸੰਗ ਹਰ ਸਿਮਰਨ, ਮਲ ਜਨਮ ਜਨਮ ਕੀ ਕਾਟ, ਜਨਮ ਜਨਮ ਕੀ ਮੈਲ ਹਰੀ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਜਾਂ ਕੈ ਗ੍ਰਹਿ ਮੈਂ ਸਗਲ ਨਿਧਾਨ। ਜਿਸ ਪਰਮਾਤਮਾ ਦੇ ਸਾਧ ਸੰਗਤ ਸੱਚਖੰਡ ਰੂਪੀ ਘਰ ਵਿੱਚ ਸਾਰੇ ਖਜ਼ਾਨੇ ਹਨ। ਜਾਂ ਕੀ ਸੇਵਾ ਪਾਈਐ ਮਾਨ। ਜਿਸ ਪ੍ਰਭੂ ਦੀ ਸੇਵਾ ਟਹਿਲ ਭਗਤੀ ਕਰਕੇ ਲੋਕ ਪਰਲੋਕ ਦੇ ਵਿੱਚ ਆਦਰ ਮਾਣ ਪਾਈਦਾ ਹੈ। ਜਿਨ ਸੇਵਿਆ ਤਿਨ ਪਾਇਆ ਮਾਣ। ਸੰਤਾਂ ਮਹਾਂਪੁਰਖਾਂ ਦੇ ਚਰਨਾਂ ਤੇ ਦੁਨੀਆ ਕਿਉਂ ਡਿੱਗਦੀ ਹੈ? ਕਿਉਂਕਿ ਉਹਨਾਂ ਸੇਵਾ ਕੀਤੀ ਹੈ, ਸਿਮਰਨ ਕੀਤਾ ਹੈ। ਤੁਸੀਂ ਵੀ ਕਰੋ ਤਾਂ ਤੁਹਾਨੂੰ ਹੀ ਮਹਾਰਾਜ ਸਭ ਕੁਝ ਬਖਸ਼ਿਸ਼ ਕਰੇਗਾ। ਮਨ ਰੂਪ ਗਿਆਨ ਪਾ ਲਈਦਾ ਹੈ। ਸਗਲ ਮਨੋਰਥ ਪੂਰਨ ਹਾਰ। ਅਸੀਂ ਪੈਸਾ ਤਾਂ ਹੀ ਕਮਾਉਂਦੇ ਆ ਨਾ, ਸਾਨੂੰ ਮਨ ਭਾਉਂਦਾ ਸਭ ਕੁਝ ਮਿਲੇ। ਉਹ ਪ੍ਰਭੂ ਸਿਮਰਨ ਕਰਨ ਵਾਲਿਆਂ ਦੇ ਸਾਰੇ ਮਨ ਦੇ ਸੰਕਲਪ ਪੂਰੇ ਕਰਨ ਵਾਲਾ ਹੈ। ਜੀ ਪ੍ਰਾਨ ਭਗਤਨ ਆਧਾਰ। ਉਹ ਆਪਣੇ ਭਗਤਾਂ ਦੇ ਜੀ ਹਿਰਦੇ ਤੇ ਪ੍ਰਾਣ ਸਵਾਸਨ ਦਾ ਆਸਰਾ ਰੂਪ ਹੈ। ਘਟ ਘਟ ਅੰਤਰ ਸਗਲ ਪਰਗਾਸ। ਸਰੀਰਾਂ ਦੇ ਵਿੱਚ ਸਾਰੇ ਥਾਈਂ ਉਸ ਪ੍ਰਭੂ ਦਾ ਚਾਨਣ ਹੋ ਰਿਹਾ ਹੈ। ਜਪ ਜਪ ਜੀਵ ਹੈ ਭਗਤ ਗੁਣ ਤਾਸ। ਉਸ ਸ਼ੁਭ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਭਗਤ ਜਨ ਜਪ ਜਪ ਕੇ ਹੀ ਜਿਉਂਦੇ ਹਨ। ਜਾ ਕੀ ਸੇਵਨ ਬਿਰਥੀ ਜਾਏ। ਜਿਸ ਪ੍ਰਭੂ ਦੀ ਸੇਵਾ ਟਹਿਲ ਕੀਤੀ ਕਿਤੇ ਵੀ ਕਦੇ ਵੀ ਵਿਅਰਥ ਨਹੀਂ ਜਾਂਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਵਰ ਪਾਵਣਾ, ਹਉਮੈ ਵਿੱਚੋਂ ਜਾਏ। ਮਨ ਤਨ ਅੰਤਰ ਏਕ ਧਿਆਏ। ਇਹ ਭਾਈ ਜਿਸ ਕਰਕੇ ਆਪਣੇ ਹਿਰਦੇ ਤੇ ਤਨ ਸਰੀਰ ਦੇ ਅੰਦਰ ਵਿੱਚ ਉਸ ਇੱਕ ਅਦੁੱਤੀ ਪਰਮਾਤਮਾ ਨੂੰ ਧਿਆਏ, ਅਰਾਧਨਾ ਕਰੋ। ਜਾ ਗੁਰ ਉਪਦੇਸ਼ ਦਇਆ ਸੰਤੋਖ। ਗੁਰਾਂ ਦੇ ਉਪਦੇਸ਼ ਨੂੰ ਕਮਾਉਣ ਕਰਕੇ ਦਇਆ, ਰਹਿਮਦਿਲੀ ਅਤੇ ਸੰਤੋਖ, ਭਲੀ ਪ੍ਰਕਾਰ, ਤ੍ਰਿਪਤੀ ਆਦਿ ਗੁਣ ਪ੍ਰਾਪਤ ਹੋ ਜਾਂਦੇ ਨੇ। ਜਾਂ ਗੁਰਾਂ ਦਾ ਇਹ ਉਪਦੇਸ਼ ਹੈ ਕਿ ਦਇਆ ਅਤੇ ਸੰਤੋਖ ਆਦਿਕ ਗੁਣ ਧਾਰਨ ਕਰੋ, ਕਿਉਂਕਿ ਵਿਣ ਗੁਣ ਕੀਤੇ ਭਗਤ ਨਾ ਹੋਏ। ਸੋ ਬਿਨਾਂ ਗੁਣਾਂ ਦੇ ਧਾਰਨ ਕਰਨ ਤੋਂ ਭਗਤੀ ਹੋ ਹੀ ਨਹੀਂ ਸਕਦੀ ਹੈ। ਨਾਮ ਨਿਦਾਨ ਨਿਰਮਲ ਇਹ ਥੋਕ। ਜੋ ਪਰਮਾਤਮਾ ਦਾ ਨਾਮ ਰੂਪ ਖਜ਼ਾਨਾ ਹੈ, ਇਹ ਨਿਰਮਲ ਸ਼ੁੱਧ ਉੱਤਮ ਪਦਾਰਥ ਹੈ। ਕਾਰ ਕਿਰਪਾ ਲੀਜੈ ਲੜ ਲਾਏ। ਇਹ ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਨੂੰ ਆਪਦੇ ਸਿੱਖੀ ਰੂਪ ਪੱਲੇ ਨਾਲ ਅੰਮ੍ਰਿਤ ਛਕਾ ਕੇ ਆਪਦੇ ਲੜ ਲਾ ਲਵੋ ਜੀ। ਸ਼ਰਨ ਰੂਪ ਪੱਲੇ ਦੇ ਨਾਲ ਕਿਰਪਾ ਕਰਕੇ ਸਾਨੂੰ ਲਾ ਲੈਣਾ ਕਰੋ। ਚਰਨ ਕਮਲ ਨਾਨਕ ਨਿਤ ਧਿਆਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਵਾਹਿਗੁਰੂ, ਅਸੀਂ ਨਿਤਾ ਪ੍ਰਤੀ ਤੇਰੇ ਚਰਨ ਕਮਲਾਂ ਨੂੰ ਹੀ ਅਰਾਧਨਾ ਕਰੀਏ, ਧਿਆਉਣਾ ਕਰੀਏ। ਭੈਰਵ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ
ਭੈਰੋਂ ਰਾਗ ਵਿੱਚ ਅਗਲਾ ਸ਼ਬਦ ਉਚਾਰਨ ਕਰ ਰਹੇ ਹਨ। ਸਤਿਗੁਰ ਆਪਣੇ ਸੁਣੀ ਅਰਦਾਸ, ਆਪਣੇ ਸਤਿਗੁਰਾਂ ਨੇ ਸਾਡੀ ਅਰਦਾਸ ਬੇਨਤੀ ਸੁਣੀ ਹੈ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਕਾਰਜ ਆਇਆ ਸਗਲਾ ਰਾਸ, ਜਿਸ ਕਰਕੇ ਸਾਡਾ ਗਿਆਨ ਮੁਕਤੀ ਆਦਿਕ ਦਾ ਸਾਰਾ ਹੀ ਕੰਮ ਸਚਾਈ ਵਿੱਚ ਆ ਗਿਆ, ਭਾਵ ਠੀਕ ਹੋ ਗਿਆ ਹੈ। ਦੁਨੀਆ ਦੇ ਕਾਰਜ ਵੀ ਸਾਰੇ ਪੂਰੇ ਹੋ ਜਾਂਦੇ ਨੇ। ਮਨ ਤਨ ਅੰਤਰ ਪ੍ਰਭੂ ਤੇ ਆਇਆ, ਆਸਾ ਨੇ ਮਨ ਹਿਰਦੇ ਕਰਕੇ ਅਤੇ ਤਨ ਸਰੀਰ ਦੇ ਵਿੱਚ ਉਸ ਪਰਮਾਤਮਾ ਨੂੰ ਹੀ ਆਰਾਧਨਾ ਕੀਤਾ ਹੈ, ਕਿਉਂਕਿ ਆਰਾਧਨਾ ਅਨੇਕਾ ਹਰ ਹਰ ਨਾਮ ਆਰਾਧਨਾ। ਗੁਰ ਪੂਰੇ ਡਰ ਸਗਲ ਚੁਕਾਇਆ, ਪੂਰਨ ਗੁਰਾਂ ਨੇ ਸਾਡਾ ਸਾਰਾ ਡਰ ਚੁਕਾ ਦਿੱਤਾ, ਭਾਵ ਦੂਰ ਕਰ ਦਿੱਤਾ ਹੈ। ਸਭ ਤੇ ਵੱਡ ਸਮਰੱਥ ਗੁਰਦੇਵ, ਸਾਰਿਆਂ ਤੋਂ ਵੱਡੇ ਤੇ ਸਰਬ ਸ਼ਕਤੀਮਾਨ ਪੂਜਨੀਕ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਹੋਈ ਨੇ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਪੁਰਬ ਹੈ। ਸਭ ਸੁਖ ਪਾਈ ਤਿਸ ਕੀ ਸੇਵ, ਤਿੰਨਾਂ ਗੁਰਾਂ ਦੀ ਸੇਵਾ ਟਹਿਲ ਕਰਕੇ ਸਾਰੇ ਸੁੱਖਾਂ ਦੀ ਪ੍ਰਾਪਤੀ ਕਰ ਲਈ ਦੀ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਉਂਦੇ ਨੇ, ਜਾਂ ਕਾ ਕੀਆ ਸਭ ਕਿਛ ਹੋਏ, ਜਿਸ ਪਰਮਾਤਮਾ ਦਾ ਕੀਤਾ ਹੋਇਆ ਹੀ ਸਭ ਕੁਝ ਹੋ ਰਿਹਾ ਹੈ। ਤਿਸ ਕਾ ਅਮਰ ਨਾ ਮਿਟੈ ਕੋਏ, ਇਸ ਪਰਮਾਤਮਾ ਦਾ ਹੁਕਮ ਕੋਈ ਵੀ ਮੇਟ ਨਹੀਂ ਸਕਦਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਪਾਰ ਬ੍ਰਹਮ ਪਰਮੇਸ਼ਰ ਅਨੂਪ, ਉਹਨਾਂ ਤੇ ਪਾਪਾਂ ਤੋਂ ਪਰੇ ਵਿਆਪਕ ਸਰੂਪ ਪਰਮਾਤਮਾ ਉਪਮਾ ਤੋਂ ਰਹਿਤ ਹੈ। ਸਫਲ ਮੂਰਤ ਗੁਰ ਤਿਸ ਕਾ ਰੂਪ, ਉਹ ਪ੍ਰਭੂ ਦਾ ਸਹਿਤ ਗਿਆਨ ਫਲ ਦੇ ਸਰੂਪ ਹੈ ਤੇ ਗੁਰੂ ਤਿਸ ਪਰਮਾਤਮਾ ਦਾ ਹੀ ਸਰੂਪ ਹੈ। ਜਾਂ ਕੈ ਅੰਤਰ ਬਸੈ ਹਰ ਨਾਮ, ਜਿਸ ਮਨੁੱਖ ਦੇ ਹਿਰਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ। ਜੋ ਜੋ ਪੇਖੈ ਸੋ ਬ੍ਰਹਮ ਗਿਆਨ, ਬਾਬਾ ਬੁੱਢਾ ਸਾਹਿਬ ਦੀ ਤਰ੍ਹਾਂ ਉਹ ਜੋ ਕੁਝ ਵੀ ਵੇਖਦਾ ਉਹ ਬ੍ਰਹਮ ਗਿਆਨ ਵਾਲੀ ਦ੍ਰਿਸ਼ਟੀ ਨਾਲ ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ, ਉਹ ਸਭ ਬ੍ਰਹਮ ਰੂਪ ਹੀ ਵੇਖਦਾ ਹੈ। ਵੀਸ ਬਿਸਵੇ ਜਾਂ ਕੈ ਮਨ ਪਰਗਾਸ, ਵੀ ਵਿਸਵੇ ਭਾਵ ਨਿਸ਼ਚੈ ਕਰਕੇ ਜਿਸ ਦੇ ਮਨ ਹਿਰਦੇ ਵਿੱਚ ਗਿਆਨ ਦਾ ਚਾਨਣਾ ਹੈ। ਇਸੇ ਪ੍ਰਕਾਰ ਵੀਸ ਬਿਸਵੇ ਜਾਂ ਕੈ ਮਨ ਪਰਗਾਸ, ਜਿਸ ਨੇ ਵੀ ਭਾਵ ਪੰਜ ਗਿਆਨ ਇੰਦਰੀ, ਪੰਜ ਕਰਮ ਇੰਦਰੀ, ਪੰਜ ਸ਼ਬਦ ਸਪਰਸ਼ਾਦਿਕ ਵਿਸ਼ੇ ਤੇ ਪੰਜ ਕਾਮਾਦਿਕ ਵਿਕਾਰ ਰੋਕ ਲਏ ਹਨ, ਜਾਂ ਪੰਜਾਂ ਤੱਤਾਂ ਦੀ ਧਾਰਨਾ, ਪੰਜ ਸਤ ਸੰਦੋਖ ਦਿਆ ਧਰਮੀ, ਚਾਰ ਗੁਣ ਧਾਰਨ ਕਰਨੇ, ਪੰਜ ਪ੍ਰਾਣਾਂ ਨੂੰ ਰੋਕਣਾ ਤੇ ਪੰਜੇ ਕਲੇਸ਼ ਮੇਟ ਲੈਣ ਨਾਲ ਜਿਸ ਦੇ ਮਨ ਵਿੱਚ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋਇਆ ਹੈ। ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ, ਇਸ ਪੁਰਖ ਦੇ ਹਿਰਦੇ ਅੰਦਰ ਹੀ ਪਰਮਾਤਮਾ ਦਾ ਵਾਸਾ ਹੈ, ਭਾਵ ਪ੍ਰਭੂ ਸਾਖਿਆਤ ਹੋਇਆ ਹੈ। ਇਸ ਗੁਰ ਕਉ ਸਦ ਕਰੀ ਨਮਸਕਾਰ, ਮੈਂ ਤਿਸ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਮੇਸ਼ਾ ਬੰਦਨਾ ਨਮਸਕਾਰ ਕਰਦਾ। ਡੰਡੋਤ ਬੰਦਨੀ ਅਨਕ ਵਾਰ, ਇੱਕ ਵਾਰ ਨਹੀਂ ਅਨੇਕਾਂ ਵਾਰੀ। ਸਰਬ ਕਲਾ ਸਮਰੱਥ ਡੋਲਣ ਦੀ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਨਮਸਕਾਰ ਡੰਡੋਤ ਬੰਦਨਾ ਅਨਕ ਵਾਰ ਜਿਉਂ ਵਾਰ, ਮੱਥਾ ਟੇਕਣ ਤੋਂ ਅਨੇਕਾਂ ਹੀ ਪਾਪ ਝੜ ਜਾਂਦੇ ਨੇ।
ਤਿਸ ਗੁਰ ਕਉ ਸਦ ਜਾਓ ਬਲਹਾਰ। ਤਿੰਨਾਂ ਗੁਰੂ ਰਾਮਦਾਸ ਤੋਂ ਮੈਂ ਹਮੇਸ਼ਾ ਹੀ ਬਲਿਹਾਰ ਕੁਰਬਾਨ ਜਾਂਦਾ ਹਾਂ, ਆਪ ਦਾ ਸਭ ਕੁਝ ਹੀ ਵਾਰ ਦਿੰਦਾ ਹਾਂ। ਸਤ ਗੁਰ ਕੇ ਚਰਨ ਧੋਏ ਧੋਏ ਪੀਵਾ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਚਰਨ ਕਮਲ ਮੈਂ ਧੋ ਧੋ ਕੇ ਪੀਣਾ ਕਰਦਾ ਹਾਂ। ਗੁਰ ਨਾਨਕ ਜਪ ਜਪ ਸਦ ਜੀਵਾ। ਸਤਿਗੁਰੂ ਜੀ ਕਥਨ ਕਰਦੇ ਕਿ ਐਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਦੇ ਨਾਮ ਉਪਦੇਸ਼ ਨੂੰ ਮੈਂ ਮਨ ਬਾਣੀ ਸਰੀਰ ਦੁਆਰਾ ਜਪ ਜਪ ਕੇ ਹੀ ਸਦਾ ਜਿਉਣਾ ਕਰਦਾ ਹਾਂ। ਸੋ ਐਸੀ ਗੁਰੂ ਮਹਾਰਾਜ ਦੀ ਕਿਰਪਾ ਹੈ ਜਿਨ੍ਹਾਂ ਨੇ ਮੈਨੂੰ ਸਭ ਕੁਝ ਹੀ ਬਖਸ਼ਿਆ ਹੈ। ਪਹਿਲਾਂ ਸਾਡੇ ਕੋਲ ਕੁਛ ਵੀ ਨਹੀਂ ਸੀਗਾ, ਜਦੋਂ ਦੇ ਗੁਰੂ ਘਰ ਆਏ ਆ ਸਾਡੇ ਵਾਰੇ ਨਿਆਰੇ ਹੋਏ ਪਏ ਨੇ। ਸ੍ਰੀ ਗੁਰੂ ਰਾਮਦਾਸ ਜੀ ਦੇ ਬਚਨ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਸਤਿਗੁਰੂ ਨਾਨਕ ਦੇਵ ਮਹਾਰਾਜ ਧੰਨ ਨੇ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਆ ਕੇ, ਜਿਨ੍ਹਾਂ ਦੀ ਸੰਗਤ ਨਾਲ ਰਲ ਕੇ ਅਸੀਂ ਛੋਟੀ ਅਵਸਥਾ ਵਾਲੇ ਨਿੱਕੇ ਜਿਹੇ ਜੀਵ ਵੇਖੋ ਮਹਾਰਾਜ ਦੇ ਕੋਲ ਬਹਿ ਕੇ ਜਿੱਡਾ ਵੱਡਾ ਪਾਤਸ਼ਾਹ ਓਡਾ ਵੱਡਾ ਹੀ ਆਪਣੇ ਆਪ ਨੂੰ ਮਹਿਸੂਸ ਕਰੀਦਾ ਹੈ। ਐਸੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਐਸੀ ਬਖਸ਼ਿਸ਼ ਹੈ ਪੂਰੀ ਦੁਨੀਆ ਦੇ ਵਿੱਚ। ਹਰਿਮੰਦਰ ਸਾਹਿਬ ਸੱਚਖੰਡ ਦਾ ਹੁਕਮਨਾਮਾ ਡਿਸਪਲੇ ਹੁੰਦਾ, ਉਹਨਾਂ ਦੀ ਆਵਾਜ਼ ਜਾਂਦੀ, ਕੀਰਤਨ ਦੀ ਧੁਨੀ। ਸੋ ਕਿੰਨੀ ਗੁਰੂ ਸਾਹਿਬ ਦੀ ਕਿਰਪਾ ਹੋ ਰਹੀ ਹੈ। ਸਿੱਖੀ ਦੀ ਪ੍ਰਸਿੱਧੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਸਥਾਨ ਦੇ ਨਾਲ ਹੀ ਬਹੁਤ ਤੋਂ ਬਹੁਤ ਹੈ, ਅੱਜ ਵੀ ਉਸੇ ਤਰ੍ਹਾਂ ਹੀ ਹੈ। ਐਸੇ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਦੀ ਆਪ ਸਭਨਾਂ ਨੂੰ ਲੱਖ ਲੱਖ ਵਧਾਈ ਹੋਵੇ। ਇਹਦੇ ਨਾਲ ਲੜੀਵਾਰ ਕਥਾ ਦੀ ਸਮਾਪਤੀ ਕਰਦੇ ਹਾਂ। 2-4 ਮਿੰਟ ਉਹ ਆਪਾਂ ਗੁਰੂ ਮਹਾਰਾਜ ਦੀ ਮਹਿਮਾ ਕਰਾਂਗੇ ਜੀ। ਸਤਿਗੁਰ ਕੇ ਚਰਨ ਤੋਏ ਤੋਏ ਪੀਵਾ, ਗੁਰ ਨਾਨਕ ਜਪ ਜਪ ਸਦ ਜੀਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਵਤਾਰ ਚੂਰਨਾ ਮੰਡੀ ਲਾਹੌਰ ਸ਼ਹਿਰ ਦੇ ਵਿੱਚ ਹੋਇਆ, ਜਿਸ ਤੇ ਧਰਮਸ਼ਾਲਾ ਦੀ ਸੇਵਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਰਾਈ। ਅੱਜ ਦੇ ਦਿਨ ਗੁਰੂ ਨਾਨਕ ਸ਼ਾਹੀ ਸੰਮਤ 65 1581 ਬਿਕਰਮੀ ਕੱਤਕਵਦੀ ਦੂਜ ਦਿਨ ਵੀਰਵਾਰ 2 ਨਵੰਬਰ 1534 ਈਸਵੀ ਚਿਤਰਾ ਨਛੱਤਰ ਸਵਾ ਪਹਿਰ ਰਾਤ ਰਹਿੰਦੀ ਤੋਂ ਗੁਰੂ ਰਾਮਦਾਸ ਦਾ ਪ੍ਰਕਾਸ਼ ਹੋਇਆ। ਜਿਸ ਵਕਤ ਪ੍ਰਕਾਸ਼ ਹੋਇਆ ਤਾਂ ਵੱਡੇ ਮਹਾਂਪੁਰਖਾਂ ਦੀ ਰਸਨਾ ਤੋਂ ਮੈਂ ਸੁਣਿਆ ਕਿ ਰਾਵੀ ਦੁੱਧ ਦਾ ਭਰ ਕੇ ਵਗਿਆ। ਪਤਾ ਉਦੋਂ ਲੱਗਾ ਜਦੋਂ ਸਾਧੂ ਮਹਾਤਮਾ ਇਸ਼ਨਾਨ ਕਰਕੇ ਪਾਣੀ ਦੇ ਭਰ ਕੇ ਲੋਟੇ ਨਾਲ ਲੈ ਕੇ ਆਏ। ਦਿਨ ਚੜੇ ਤੋਂ ਵੇਖਿਆ ਕਿ ਉਹ ਦੁੱਧ ਦੇ ਭਰੇ ਹੋਏ ਸੀਗੇ। ਫਿਰ ਉਹਨਾਂ ਨੂੰ ਪਤਾ ਲੱਗਾ ਵੀ ਆਪਾਂ ਦੁੱਧ ਚ ਨਹਾ ਕੇ ਆਏ ਹਾਂ। ਬੜੀ ਸੁਗੰਧੀ, ਬੜੀ ਸਮੈਲ ਆਉਂਦੀ, ਪਰ ਉਹਨਾਂ ਨੂੰ ਪਤਾ ਨਾ ਲੱਗੇ ਵੀ ਇਹ ਕੀ ਹੋ ਰਿਹਾ। ਕਾਦਰ ਦੀ ਕੁਦਰਤ ਨੇ ਇੰਨੀ ਖੁਸ਼ੀ ਮਨਾਈ ਸੀ ਉਸ ਦਿਨ। ਸਤਿਗੁਰੂ ਰਾਮਦਾਸ ਮਹਾਰਾਜ ਦੇ ਮਾਤਾ ਜੀ ਦਾ ਨਾਮ ਦਇਆ ਕੌਰ, ਖੇਮ ਕੌਰ ਵੀ ਕਹਿੰਦੇ ਸਨ। ਪਿਤਾ ਬਾਬਾ ਹਰਦਾਸ ਜੀ ਸੀ। ਸ੍ਰੀ ਗੁਰੂ ਰਾਮਦਾਸ ਜੀ ਦਾ ਨਾਮ ਸ਼ੁਰੂ ਤੋਂ ਹੀ ਗੁਰੂ ਰਾਮਦਾਸ ਸੀਗਾ, ਜੇਠਾ ਨਹੀਂ ਸੀ। ਜਿਵੇਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਮ ਲਹਿਣਾ ਸੀ, ਲਹਿਣੇ ਧਰਿਓ ਛੱਤ ਸਿਰ, ਉਹਨਾਂ ਦਾ ਨਾਮ ਬਾਣੀ ਵਿੱਚ ਆਇਆ ਹੈ। ਜੇ ਜੇਠਾ ਹੁੰਦਾ ਤਾਂ ਗੁਰੂ ਰਾਮਦਾਸ ਜੀ ਦਾ ਜੇਠਾ ਨਾਮ ਬਾਣੀ ਵਿੱਚ ਆਉਣਾ ਸੀਗਾ। ਹਾਂ, ਜੇਠਾ ਵੱਡੇ ਨੂੰ ਕਹਿੰਦੇ ਨੇ, ਗੁਰੂ ਸਾਹਿਬ ਜੀ ਵੱਡੇ ਸਨ। ਮਾਵਾਂ ਤਾਂ ਵੈਸੇ ਹੀ ਇਸ ਤਰ੍ਹਾਂ ਆਪਦੇ ਪਿਆਰ ਨਾਲ ਬੁਲਾਉਂਦੀਆਂ ਨੇ
ਸ਼ਾਇਦ ਮਾਂ ਜੇਠਾ ਕਹਿੰਦੀ ਹੋਵੇ, ਤੇ ਪਰ ਨਾਮ ਤਾਂ ਗੁਰੂ ਰਾਮਦਾਸ ਸੀਗਾ ਸ਼ੁਰੂ ਤੋਂ ਹੀ। ਸਤਿਗੁਰੂ ਮਹਾਰਾਜ ਘੁੰਗਣੀਆਂ ਵੇਚਣ ਵਾਸਤੇ ਜਦ ਲਾਹੌਰ ਬਾਜ਼ਾਰ ਵਿੱਚ ਖੜੇ ਸੀਗੇ ਤੇ ਸੰਗਤ ਕੀਰਤਨ ਕਰਦੀ ਤੁਰੀ ਆਉਂਦੀ ਨੂੰ ਪੁੱਛਿਆ ਵੀ ਕਿੱਧਰ ਚੱਲੇ ਹੋ? ਕਹਿੰਦੇ ਗੁਰੂ ਰਾਮ ਅਮਰਦਾਸ ਜੀ ਦੇ ਚਰਨਾਂ 'ਚ ਗੋਂਦਵਾਲ ਸਾਹਿਬ ਚੱਲੇ ਆ। ਕਹਿੰਦੇ ਮੈਨੂੰ ਵੀ ਨਾਲ ਲੈ ਜਾਓਗੇ? ਜਿਸ ਵਕਤ ਗੁਰੂ ਰਾਮਦਾਸ ਜੀ ਸੰਗਤ ਨਾਲ ਰਲ ਕੇ ਗੋਇੰਦਵਾਲ ਸਾਹਿਬ ਆਏ ਤੇ ਗੁਰੂ ਜੀ ਦੇ ਹੀ ਹੋ ਕੇ ਰਹਿ ਗਏ। ਸੰਗਤ ਨੂੰ ਕਹਿ ਦਿੱਤਾ ਮੇਰੀ ਮਾਂ ਨੂੰ ਸੁਨੇਹਾ ਦੇ ਦਿਓ ਵੀ ਹੁਣ ਨਹੀਂ ਮੈਂ ਆਉਣਾ, ਮੈਂ ਸੇਵਾ ਕਰੂੰਗਾ। ਔਰ ਇੰਨੀ ਸ਼ਰਧਾ ਸੰਯੁਕਤ ਸੇਵਾ ਕੀਤੀ ਕਿ ਗੁਰੂ ਅਮਰਦਾਸ ਜੀ ਨੂੰ ਜਦ ਮਾਤਾ ਦਇਆ ਕੌਰ ਨੇ ਬੀਬੀ ਭਾਨੀ ਲਈ ਵਰ ਚੁਣਨ ਲਈ ਆਖਿਆ ਤੇ ਅਨਭੋਲੀ ਕਹਿ ਦਿੱਤਾ ਵੀ ਉਹ ਜਿਹੜਾ ਬੱਚਾ ਖੜਾ ਹੈ ਉਹਦੇ ਵਰਗਾ ਚਾਹੀਦਾ। ਮਾਰੇ ਕਹਿੰਦੇ ਉਹਦੇ ਵਰਗੇ ਉਹੀ ਨੇ, ਕਿਉਂ ਨਾ ਆਪਾਂ ਉਹਨੂੰ ਹੀ ਬੁਲਾ ਲਈਏ। ਭਲੇ ਪੁਰਸ਼ਾ ਤੂੰ ਕਿੱਥੋਂ ਹੈ? ਕਹਿੰਦਾ ਜੀ ਲਾਹੌਰ ਤੋਂ, ਤੇਰਾ ਵਿਆਹ ਕਰਨਾ ਹੈ ਤੇ ਆਪਦੇ ਮਾਂ ਪਿਓ ਨੂੰ ਬੁਲਾ ਕੇ ਲਿਆ। 7 ਬਚਨ ਜੀ ਮਾਤਾ ਪਿਤਾ ਲਿਆਂਦੇ, ਗੁਰੂ ਸਾਹਿਬ ਨੇ ਕਿਰਪਾ ਕੀਤੀ। ਬੀਬੀ ਭਾਨੀ ਉਹਦਾ ਆਨੰਦ ਕਾਰਜ ਗੁਰੂ ਰਾਮਦਾਸ ਨਾਲ ਕੀਤਾ ਅਤੇ ਜਦ ਪ੍ਰਾਹੁਣਾ ਪਲੰਘੇ ਤੇ ਬਿਠਾਈ ਦਾ ਦਾਜ ਦੇਈ ਦਾ। ਮਾਰੇ ਕਹਿੰਦੇ 10 ਭਲੇ ਪੁਰਸ਼ਾ ਤੈਨੂੰ ਦਾਜ ਕੀ ਦਈਏ? ਤਾਂ ਗੁਰੂ ਰਾਮਦਾਸ ਨੇ ਹੱਥ ਜੋੜ ਕੇ ਕੀ ਅਰਦਾਸ ਕੀਤੀ? ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਰਮ ਸਤਿਗੁਰ ਸਰਨਾਏ, ਕਰ ਦਇਆ ਨਾਮ ਪ੍ਰਗਾਸ। ਮਹਾਰਾਜ ਆਪ ਦਾ ਦਿੱਤਾ ਸਭ ਕੁਛ ਹੈ, ਨਾਮ ਦਾ ਚਾਨਣ ਹਿਰਦੇ 'ਚ ਕਰ ਦਿਓ। ਕਿੰਨੀ ਸ਼ਰਧਾ ਸੀ ਵੇਖੋ। ਬੀਬੀ ਭਾਨੀ ਦੀ ਵੀ ਉਹਨਾਂ ਤੋਂ ਵੱਧ। ਅੱਧੀ ਰਾਤ ਉੱਠ ਕੇ ਮਹਾਰਾਜ ਦੇ ਬਸਤਰ ਸਵਾਰ ਕੇ ਗੁਰੂ ਸਾਹਿਬ ਦਾ ਇਸ਼ਨਾਨ ਕਰਾਉਂਦੀ। ਤੇ ਇੱਕ ਵਾਰ ਪੀੜੇ ਥੱਲੇ ਹੱਥ ਵਾਲੀ ਸਾਖੀ ਤੁਹਾਨੂੰ ਆਉਂਦੀ ਹੋਈ ਹੈ, ਸੁਣੀ ਹੋਊਗੀ, ਬੜੀ ਪ੍ਰਸਿੱਧ। ਜਦ ਖੂਨ ਵਹਿ ਤੁਰਿਆ ਤੇ ਮਹਾਰਾਜ ਗੁਰੂ ਅਮਰਦਾਸ ਨੇ ਪ੍ਰਸੰਨ ਹੋ ਕੇ ਆਖਿਆ ਕਿ ਦੱਸ ਬੀਬੀ ਕੀ ਤੇਰੇ ਮਨ ਦੀ ਤਮੰਨਾ? ਕਹਿੰਦੀ ਜੀ ਘਰ ਦੀ ਘਰ ਵਿੱਚ ਰਹਿ ਜਾਏ, ਮਤਲਬ ਮੇਰੇ ਪਤੀ ਨੂੰ ਗੁਰਤਾ ਗੱਦੀ ਬਖਸ਼ੋ। ਕਹਿੰਦੇ ਵੀ ਇਹਦੀ ਉਮਰ ਹੀ ਬੜੀ ਥੋੜੀ ਆ, ਜੇ ਕੱਲ ਨੂੰ ਹੀ ਚੜਾਈ ਕਰ ਗਿਆ ਫਿਰ ਕੀ ਕਰੇਂਗੀ? ਕਹਿੰਦੀ ਜੀ ਚਿੱਟੇ ਕੱਪੜੇ ਪਹਿਲਾਂ ਪਾਉਂਦੀਆਂ ਤੇ ਮੁੜ ਕੇ ਵੀ ਚਿੱਟੀ ਚੁੰਨੀ ਲਾਂਗੀ, ਪਹਿਲਾਂ ਹੀ ਭਾਂਡੇ ਮਾਂਜਦੀਆਂ, ਤੁਹਾਡੀਆਂ ਰੋਟੀਆਂ ਸੰਗਤ ਦੇ ਭਾਂਡੇ ਮਾਂਜੂਗੀ, ਹੋਰ ਮੈਂ ਕੀ ਕਰਨਾ, ਆਪਦਾ ਭਾਣਾ ਮੰਨੂਗੀ। ਮਾਰੇ ਕਹਿੰਦੇ ਧੰਨ ਬੀਬੀ, ਉਹਦੇ ਸਿਰ ਤੇ ਹੱਥ ਰੱਖਿਆ। ਇਸ ਤਰ੍ਹਾਂ ਥੋੜੀ ਆਪਾਂ ਜਾਣ ਦਿਆਂਗੇ, ਮੈਂ ਬੜੀ ਜ਼ਿੰਦਗੀ ਜੀਉ ਲਈ, ਲੈ ਮੈਂ ਰਹਿੰਦੀ ਉਮਰ ਵੀ 6 ਸਾਲ ਤੇਰੇ ਪਤੀ ਨੂੰ ਦਿੱਤੀ, ਗੁਰਤਾ ਗੱਦੀ ਵੀ ਦਿੱਤੀ। ਆਖਿਆ ਪੁਰਖਾ ਜਾ ਅੰਮ੍ਰਿਤਸਰ ਸਾਹਿਬ ਨਗਰ ਵਸਾ, ਸਰੋਵਰ ਦੀ ਸੇਵਾ ਕਰ। ਸੋ ਗੁਰੂ ਨਾਨਕ ਸ਼ਾਹੀ ਸੰਮਤ 105 1631 ਬਿਕਰਮੀ ਭਾਦਰੋਂ ਸੁਦੀ ਤਰੋਦਸੀ 29 ਸਤੰਬਰ 1534 ਈਸਵੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ 2 ਦਿਨ ਪਹਿਲਾਂ ਗੋਇੰਦਵਾਲ ਸਾਹਿਬ ਗੁਰਤਾ ਗੱਦੀ ਦੇ ਮਾਲਕ ਬਣੇ। ਔਰ ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਨਾਲ ਜੋ ਉਹਨਾਂ ਨੇ ਨਿਸ਼ਾਨਦੇਹੀ ਕੀਤੀ, ਉੱਥੇ ਨਗਰ ਵਸਾਇਆ। ਅੰਮ੍ਰਿਤਸਰ ਸਾਹਿਬ ਤੇ ਸਰੋਵਰ ਦੀ ਕੱਚੇ ਰੂਪ ਸੇਵਾ ਕਰਾਈ। ਭਾਈ ਗੁਰਦਾਸ ਜੀ ਦਾ ਬਚਨ ਹੈ, ਬੈਠਾ ਸੋਢੀ ਪਾਤਸ਼ਾਹੋ ਰਾਮਦਾਸ ਸਤਿਗੁਰੂ ਕਹਾਵੈ, ਤੇ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 644 ਸ਼ਬਦ 30 ਰਾਗਾਂ ਦੇ ਵਿੱਚ ਹਨ ਗੁਰੂ ਰਾਮਦਾਸ ਜੀ ਦੇ। 31ਵਾਂ ਤਾਂ ਰਾਗ ਹੀ 5ਵੇਂ ਨਾਵੇਂ ਪਾਤਸ਼ਾਹ ਦਾ ਹੈ, ਬਾਕੀ 30 ਰਾਗਾਂ ਦੀ ਬਾਣੀ ਹੈ। ਸੁਖਮਨਾ ਸਾਹਿਬ, ਘੋੜੀਆਂ, ਲਾਵਾਂ, ਵਡੰਸ ਦੀ ਵਾਰ, ਆਨੰਦ ਕਾਰਜ ਗੁਰੂ ਰਾਮਦਾਸ ਜੀ ਦੀਆਂ ਲਾਵਾਂ ਪੜ੍ਹਨ ਤੋਂ ਬਗੈਰ ਹੋ ਹੀ ਨਹੀਂ ਸਕਦੇ। ਐਸੀ ਗੁਰੂ ਸਾਹਿਬ ਦੀ ਕਿਰਪਾ ਹੈ। ਇਉਂ ਸਾਧ ਸੰਗਤ ਜੀਓ, ਬੜਾ ਮਹਾਰਾਜ ਨੇ ਸੇਵਾ ਦਾ ਕੁੰਭ ਲਾ ਕੇ ਬ੍ਰਹਮ ਗਿਆਨ ਦਾ ਲੰਗਰ ਦਿੱਤਾ, ਸਭਨਾਂ ਨੂੰ ਵਰਤਾਇਆ। ਬਾਬੇ ਆਦਮ ਨੂੰ, ਭਾਈ ਭਗਤੂ, ਭਾਈ ਗੁਰਦਾਸ ਤੇ ਪ੍ਰਿਥੀਆ ਵੀ, ਉਹਨੂੰ ਵੀ ਬਖਸ਼ਤਾ। ਕਹਿੰਦੇ ਵੀ ਜਾ ਆਪਦਾ ਰਾਜੀ ਰਹੋ, ਲੜਾਈ ਨਾ ਕਰ। ਬਾਬੇ ਮਹਾਂਦੇਵ ਨੂੰ ਵੀ ਬਖਸ਼ਤਾ। ਇਉਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਸਾਹਿਬ ਬਣਾਇਆ। ਇੰਜ ਇਹ ਮਹਾਰਾਜ ਗੁਰੂ ਰਾਮਦਾਸ ਜੀ ਬੜੇ ਨਿਮਰਤਾ ਵਾਲੇ ਹੋਏ ਨੇ। 3 ਨਿੰਦਕ ਦੁਸ਼ਟ ਸਭ ਤਾਰੇ। ਜਿੰਨੇ ਸਰਾਪੇ ਹੋਏ ਸੀ ਗੁਰੂ ਨਾਨਕ ਸਾਹਿਬ ਤੋਂ, ਗੁਰੂ ਅਮਰਦਾਸ ਜੀ ਤੋਂ, ਉਹਨਾਂ ਸਾਰਿਆਂ ਨਿੰਦਕਾਂ ਦੁਸ਼ਟਾਂ ਨੂੰ ਗੁਰੂ ਰਾਮਦਾਸ ਨੇ ਤਾਰ ਦਿੱਤਾ।
ਵੇਖੋ ਅੱਜ ਵੀ ਉਸੇ ਤਰ੍ਹਾਂ ਚੜ੍ਹਦੀ ਕਲਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਹ ਮਰਜ਼ਾਦਾ ਤੋਰੀ, ਰੀਤੀ ਤੋਰੀ। ਜਿੰਨੇ ਬਾਦਸ਼ਾਹ ਸਿੱਖ ਸਰਦਾਰ ਹੋਏ ਉਹਨਾਂ ਸਾਰਿਆਂ, ਕੋਈ 9 ਲੱਖਾ ਹਾਰ, ਕੋਈ ਪਾਲਕੀ, ਮਹਾਰਾਜੇ ਨੇ ਵੀ ਬੜਾ ਕੁਛ ਇੱਥੇ ਚੜਾਇਆ। ਉਹ ਮਹਾਰਾਜਿਆਂ ਦੀਆਂ ਭੇਟਾਵਾਂ ਅੱਜ ਦੇ ਦਿਨ ਜਲੌ ਸਜਾਇਆ ਜਾਂਦਾ ਹੈ। ਗੁਰੂ ਸਾਹਿਬ ਦੀ ਮਹਿਮਾ, ਸੋਨੇ ਦੇ ਦਰਵਾਜ਼ੇ ਨੇ, ਚੜ੍ਹਦੀ ਕਲਾ, ਕਿੰਨੀਆਂ ਮੰਜ਼ਿਲਾਂ ਵੇਖੋ। ਗੁਰੂ ਕਾ ਲੰਗਰ ਕੰਟੀਨਿਊ ਚੱਲ ਰਿਹਾ, ਸਾਹਿਬਾਂ ਦੀ ਕਿਰਪਾ ਹੈ। ਸੋ ਆਪ ਵੀ ਗੁਰੂ ਸਾਹਿਬ ਦੀ ਯਾਦ ਵਿੱਚ ਬੈਠੇ ਹੋ। ਸਮੂਹ ਸੰਗਤਾਂ ਨੂੰ ਜੋ ਗੁਰੂ ਘਰ ਆਈਆਂ ਨੇ, ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦੀ ਲੱਖ ਲੱਖ ਵਧਾਈ ਹੋਵੇ ਜੀ। ਭੁੱਲਾਂ ਚੁੱਕਾ ਖਿਮਾ ਕਰੋ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮਾਈ ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰ